ਸ਼ਾਦ ਰਹਿੰਦੇ ਆ ਜਿਸ ਤਰੀਕੇ ਨਾਲ ਰਿਸਪੌਂਸ ਤੁਸੀਂ ਇਸ ਪੂਰੇ ਕਿਸਾਨ ਅੰਦੋਲਨ ਦੌਰਾਨ ਸਾਰਿਆਂ ਨੇ ਦਿੱਤਾ ਹੈ ਤੇ ਖਾਸ ਤੌਰ ਤੇ ਸਾਡਾ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਸੋਸ਼ਲ ਮੀਡੀਆ ਨਾਲ ਜੁੜੇ ਜਿੰਨੇ ਪਲੇਟਫਾਰਮ ਨੇ ਸਾਰੇ ਟੋਟਲ ਮੀਡੀਆ ਦਾ ਅਸੀਂ ਸਵਾਗਤ ਕਰਦੇ ਹਾਂ। ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਡੇ ਸਾਹਮਣੇ ਮੈਂ ਜਾਣ ਪਛਾਣ ਕਰਾ ਦਿਆਂ ਸਰਦਾਰ ਰੁੱਦੂ ਸਿੰਘ ਮਾਨ ਸਾਹਿਬ, ਸੂਬਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਜਿਹੜੇ ਮੁੰਡੇ ਵਾਲੇ ਬਾਬੇ ਦੇ ਨਾਂ ਤੇ ਤੁਸੀਂ ਸਾਰਿਆਂ ਨੇ ਮਸ਼ਹੂਰ ਕਰਤਾ। ਸੋ ਬਾਪੂ ਰੁੱਦੂ ਸਿੰਘ ਉਹ ਸਾਡੇ ਵਿੱਚ ਅੱਜ ਮੁੱਖ ਤੌਰ ਤੇ ਪ੍ਰੈਸ ਕਾਨਫਰੰਸ ਹੋਈ ਸੰਬੋਧਨ ਕਰਨਗੇ। ਇਹਨਾਂ ਦੇ ਨਾਲ ਤੁਸੀਂ ਦੇਖ ਰਹੇ ਹੋ ਪ੍ਰੇਮ ਸਿੰਘ ਗੈਲਾਵਤ ਜੀ, ਇਹ ਹਰਿਆਣਾ ਕਿਸਾਨ ਯੂਨੀਅਨ ਦੇ ਪ੍ਰਦੇਸ਼ ਅਧਿਕਸ਼ ਵੀ ਨੇ ਤੇ ਆਲ ਇੰਡੀਆ ਕਿਸਾਨ ਮਹਾਸਭਾ ਦੇ ਰਾਸ਼ਟਰੀ ਪੱਧਰ ਤੇ ਉਪਾਧਿਕਸ਼ ਵੀ ਨੇ। ਉਹਨਾਂ ਤੋਂ ਅੱਗੇ ਸਾਡੇ ਸੂਬਾਈ ਆਗੂ ਕਰਨੈਲ ਸਿੰਘ ਜੀ ਮਾਨਸਾ ਉਹ ਹਾਜ਼ਰ ਨੇ। ਮੇਰੇ ਸੱਜੇ ਪਾਸੇ ਬਲਕਰਨ ਐਡਵੋਕੇਟ ਬਲਕਰਨ ਬੱਲੀ ਜੀ, ਇਹ ਸਾਡੇ ਸੂਬਾਈ ਪ੍ਰੈਸ ਸਕੱਤਰ ਨੇ ਪੰਜਾਬ ਕਿਸਾਨ ਯੂਨੀਅਨ ਦੇ, ਤੇ ਮੈਂ ਖੁਦ ਕਮਲਜੀਤ ਸਿੰਘ ਸੂਬਾ ਕਮੇਟੀ ਮੈਂਬਰ ਪੰਜਾਬ ਕਿਸਾਨ ਯੂਨੀਅਨ। ਸੋ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਪ੍ਰਮੁੱਖ ਤੌਰ ਦੇ ਉੱਤੇ ਬਾਬੂ ਜੀ ਆਪ ਦੱਸਣਗੇ ਆਪਣੇ ਵਿਸ਼ਿਆਂ ਬਾਰੇ, ਲੇਕਿਨ ਮੋਟੇ ਤੌਰ ਦੇ ਉੱਤੇ ਜੋ ਕਿਸਾਨ ਅੰਦੋਲਨ ਇਸ ਕੋਲੇ ਜਿੱਥੇ ਪਹੁੰਚ ਚੁੱਕਿਆ ਜਿਸ ਸਟੇਜ ਦੇ ਉੱਤੇ ਅਸੀਂ ਇੱਕ ਪਾਸੇ ਸਰਕਾਰ ਨਾਲ ਗੱਲਬਾਤ ਟੁੱਟੀ ਨੂੰ ਕਾਫੀ ਸਮਾਂ ਹੋ ਚੁੱਕਿਆ ਹੈ, ਦੂਜੇ ਪਾਸੇ ਕਿਸਾਨ ਅੰਦੋਲਨ 26 ਤੋਂ ਬਾਅਦ ਅਸੀਂ ਸਮਝਦੇ ਹਾਂ ਬਹੁਤ ਪੱਕੇ ਪੈਰੀ ਹੋ ਕੇ ਅੱਗੇ ਵਧਿਆ। 23 ਮਾਰਚ ਦਾ ਲਾਮਿਸਾਲ ਪ੍ਰੋਗਰਾਮ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਹੋਣਾ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਪੰਜਾਬ ਦੇ ਵਿੱਚ ਵੀ ਤੇ ਬਾਰਡਰਾਂ ਦੇ ਉੱਤੇ ਵੀ ਨੌਜਵਾਨਾਂ ਨੇ ਬਹੁਤ ਜ਼ਬਰਦਸਤ ਉਤਸ਼ਾਹ ਜਿਹੜਾ ਹੈ ਪ੍ਰੋਗਰਾਮ ਦਿਖਾਇਆ, ਲਾਮਿਸਾਲ ਮੁਜ਼ਾਹਰੇ ਹੋਏ ਨੇ। ਔਰ ਅੱਗੇ ਆਉਣ ਵਾਲੇ ਦਿਨਾਂ 'ਚ ਕੱਲ੍ਹ ਦਾ ਬੰਦ ਹੈ, ਉਹਦੀਆਂ ਤਿਆਰੀਆਂ ਸੰਬੰਧੀ ਰਾਜੂ ਸਿੰਘ ਜੀ ਆਪਣੇ ਨਾਲ ਗੱਲ ਕਰਨਗੇ। ਇੱਕ ਜਿਹੜਾ ਕਰੋਨਾ ਦੀ ਮਹਾਮਾਰੀ ਦਾ ਫਿਰ ਤੋਂ ਸੰਕਟ ਜਿਹੜਾ ਉਹ ਸਾਹਮਣੇ ਨਜ਼ਰ ਆਉਣਾ ਸ਼ੁਰੂ ਹੋ ਚੁੱਕਿਆ ਹੈ, ਲੇਕਿਨ ਬਾਰ-ਬਾਰ ਇਹ ਮਹਿਸੂਸ ਹੋ ਰਿਹਾ ਵੀ ਪਿਛਲੇ ਲਾਕਡਾਊਨ ਦਾ ਵੀ ਕੋਈ ਫਾਇਦਾ ਨਹੀਂ ਹੋਇਆ। ਲਾਕਡਾਊਨ ਨੇ ਲਗਾਤਾਰ ਸਾਡੀ ਆਰਥਿਕਤਾ ਨੂੰ ਸੱਟ ਮਾਰੀ ਹੈ, ਗਰੀਬ ਲੋਕਾਂ ਦੇ ਮੂੰਹਾਂ 'ਚੋਂ ਰੋਟੀ ਖੋਈ ਹੈ, ਰੁਜ਼ਗਾਰ ਨੂੰ ਖਤਮ ਕੀਤਾ ਤੇ ਅਸੀਂ ਸਮਝਦੇ ਹਾਂ ਅੰਦੋਲਨ ਦੇ ਉੱਤੇ ਵੀ ਇਸਦਾ ਅਸਰ ਜਿਹੜਾ ਹੈ ਉਹ ਪਾਉਣਾ ਚਾਹੁੰਦੀਆਂ ਨੇ ਕੁਝ ਤਾਕਤਾਂ। ਸੋ ਕਰੋਨਾ ਦਾ ਸੰਕਟ ਦਾ ਹੱਲ ਸਰਕਾਰ ਨੂੰ ਵੱਡੇ ਪੱਧਰ ਤੇ ਖੁਦ ਕਰਨਾ ਚਾਹੀਦਾ, ਲੋਕਾਂ ਦੀ ਜਾਨ ਨੂੰ ਬਚਾਉਣ ਵਾਸਤੇ ਜੋ ਵੀ ਉਪਰਾਲੇ ਨੇ ਉਹ ਸਰਕਾਰ ਨੂੰ ਕਰਨੇ ਚਾਹੀਦੇ ਨੇ, ਲੇਕਿਨ ਇਸ ਕਿਸਮ ਦੀ ਕੋਸ਼ਿਸ਼ ਕਿ ਉਹਦੇ ਬਹਾਨੇ ਲੋਕ ਅੰਦੋਲਨਾਂ ਨੂੰ ਜਾਂ ਲੋਕਾਂ ਦੇ ਰੁਜ਼ਗਾਰ ਨੂੰ ਜਾਂ ਕੰਪਨੀਆਂ ਨੂੰ ਫਾਇਦਾ ਦੇਣ ਵਾਸਤੇ ਉਸ ਨੂੰ ਨਾ ਵਰਤਿਆ ਜਾਵੇ, ਇਸ ਗੱਲ ਦੀ ਆਵਾਜ਼ ਵੀ ਸਾਨੂੰ ਹੁਣੇ ਤੋਂ ਉਠਾਉਣੀ ਪਏਗੀ। ਸੋ ਇਹ ਸਾਰੇ ਜਨਰਲ ਵਿਸ਼ੇ ਹੋਣਗੇ ਤੇ ਮੈਂ ਸਮਝਦਾ ਹੁਣ ਮੈਂ ਮਾਈਕ ਸਿੱਧਾ ਪ੍ਰਧਾਨ ਜੀ ਨੂੰ ਦਿੰਦਾ, ਸਰਦਾਰ ਰੁੱਦੂ ਸਿੰਘ ਮਾਨ ਸਾਹਿਬ ਨਾਲ, ਉਹ ਆਪਣੀ ਗੱਲਬਾਤ ਕਹਿਣਗੇ। ਉਸ ਤੋਂ ਬਾਅਦ ਜੋ ਵੀ ਪੱਤਰਕਾਰਾਂ ਦੇ ਸਵਾਲ ਹੋਣਗੇ ਉਹ ਇੱਕੋ ਵਾਰੀ ਜਿਹੜੇ ਨੇ ਸਿੱਧੇ ਤੌਰ ਤੇ ਸਵਾਲ ਜਿਹੜੇ ਨੇ ਉਹ ਐਡਰੈਸ ਕਰ ਸਕਣਗੇ। ਪਹਿਲਾਂ ਤਾਂ ਮੈਂ ਸਾਰੇ ਪ੍ਰੈਸ ਵਾਲਿਆਂ ਦਾ ਜੀ ਆਇਆਂ ਕਹਿੰਦਾ ਧੰਨਵਾਦ ਕਰਦਾ, ਕਿਉਂ ਸਾਨੂੰ ਤੁਹਾਡੇ ਦਰਸ਼ਨ ਕਰਿਆਂ ਨੂੰ ਚੰਡੀਗੜ੍ਹ ਦੇ ਵਿੱਚ ਮੇਰਾ ਖਿਆਲ ਹੈ ਵੀ 4 ਮਹੀਨੇ ਹੋ ਗਏ। ਉਦੋਂ ਪਹਿਲਾਂ ਆਪਣੀਆਂ ਪ੍ਰੈਸ ਕਾਨਫਰੰਸਾਂ ਹੋਈਆਂ ਨੇ। ਬਹੁਤੇ ਨੌਜਵਾਨ ਮੈਨੂੰ ਨਿਗਾਹ 'ਚ ਖੜੇ ਨੇ ਜਿਹੜੇ ਸਾਨੂੰ ਜੇ ਕਹਿ ਦਈਏ ਸਾਡੇ ਪੇਕੀ ਉੱਥੇ ਜਾ ਕੇ ਆਏ ਨੇ, ਪੇਕੀ ਨੇ ਸਾਡੇ ਆਪਣਾ ਜਿਹੜੀਆਂ ਦਿੱਲੀ ਦੀਆਂ ਦਰਾਂ ਨੇ, ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਅੱਜ ਵੀ ਉਹ ਆਏ ਨੇ। ਸਾਰੀ ਪ੍ਰੈਸ ਦਾ ਧੰਨਵਾਦ ਕਰਦੇ ਹਾਂ। ਅੱਜ ਕੱਲ੍ਹ ਮੈਂ ਫਤਿਹਗੜ੍ਹ ਸਾਹਿਬ ਆਇਆ ਸੀ, ਬਹੁਤ ਵੱਡਾ ਸਾਡਾ ਇਕੱਠ ਸੀਗਾ। ਜੇ ਕਹਿ ਦਈਏ ਉਹ ਇਕੱਲੇ ਕਿਸਾਨਾਂ ਦਾ ਨਹੀਂ ਸੀਗਾ ਜਾਂ ਇਕੱਲੇ ਮਜ਼ਦੂਰਾਂ ਦਾ ਨਹੀਂ ਸੀਗਾ, ਸਾਰੇ ਮੈਂ ਤਾਂ ਉਹ ਇਕੱਠ ਨੂੰ ਸਮਝਦਾ 99% ਲੋਕਾਂ ਦਾ ਇਕੱਠ ਸੀ। ਜਿਹੜਾ ਉਹਦਾ ਪ੍ਰਬੰਧ ਜਾਂ ਉਹਦਾ ਇਕੱਠ ਕਰਨਾ, ਚਾਹੇ ਅਸੀਂ ਲੀਡਰ ਕੁਛ ਕਹੀ ਜਾਂ ਮੈਨੂੰ ਨਹੀਂ ਪਤਾ ਵੀ ਕਿਹਨੇ ਕਰਿਆ, ਤੇ ਐਡਾ ਪ੍ਰਬੰਧ ਵਧੀਆ ਤੇ ਐਡੀ ਵਧੀਆ ਸਟੇਜ ਚਲਾਉਣੀ ਤੇ ਸਾਰਾ ਕੁਝ ਜਿਹੜਾ ਉਹਦਾ ਕਰਿਆ, ਉਹ ਸਾਰੇ ਜੇ ਕਹਿ ਦਈਏ ਵਿੱਚ ਜਿਹੜੇ ਅੱਜ ਅੰਦੋਲਨ ਦੇ ਵਿੱਚ ਸ਼ਾਮਲ ਨੇ ਲੋਕ, ਆੜ੍ਹਤੀ ਹੋਣ ਚਾਹੇ ਕੋਈ ਵੀ ਹੋਵੇ, ਉਹ ਸਾਰਿਆਂ ਨੇ ਭਾਗ ਲੈ ਕੇ ਉਹ ਕੱਲ੍ਹ ਦੀ ਜਿਹੜੀ ਸਾਡੀ ਵੱਡੀ ਇੱਕ ਕਾਨਫਰੰਸ ਕਹਿ ਦਈਏ ਰੈਲੀ ਕਰਾਈ ਹੈ। ਕੱਲ੍ਹ ਨੂੰ ਜੇ ਕਹਿ ਦਈਏ ਭਾਰਤ ਬੰਦ ਕਰਨ ਜਾ ਰਹੇ ਹਾਂ ਅਸੀਂ। ਭਾਰਤ ਕੋਈ ਪਹਿਲੀ ਵਾਰ ਨਹੀਂ ਬੰਦ ਕਰ ਰਹੇ, ਪਰ ਪਹਿਲਾਂ ਨੂੰ ਕੱਲ੍ਹ ਵਾਲੇ ਭਾਰਤ ਬੰਦ 'ਚ ਫਰਕ ਹੋਊਗਾ। ਹੁਣ ਤੁਸੀਂ ਕਹੋਗੇ ਪ੍ਰਧਾਨ ਜੀ ਨੇ ਕੀ ਫਰਕ ਕੱਢ ਲਿਆ ਇਹੋ ਜਿਹਾ? ਫਰਕ ਇਹ ਹੈ, ਪਹਿਲਾਂ ਅਸੀਂ ਇਕੱਲੇ ਕਿਸਾਨ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਦੇ ਦਿੰਦੇ ਵੀ ਭਾਰਤ ਬੰਦ ਹੈ, ਵੀ ਬਾਹਲਾ ਸੰਜੋਗੀ ਜਿਹੋ ਟਰੇਡ ਜਥੇਬੰਦੀਆਂ ਦਾ ਉਹਨਾਂ ਨਾਲ ਕਦੇ ਮੀਟਿੰਗਾਂ ਮੂਟਿੰਗਾਂ ਨਹੀਂ ਬਾਹਲੀਆਂ ਹੋਈਆਂ ਤੀਆਂ। ਉਹ ਬੰਦ ਹੁੰਦਾ ਵੀ ਉਹਨੂੰ ਮੈਂ ਕੀ ਕਹਾਂ ਵੀ ਥੋੜ੍ਹਾ ਜਿਹਾ ਜ਼ਬਰੀ ਬੰਦ ਕਰਾਉਣਾ। ਕੱਲ੍ਹ ਨੂੰ ਜਿਹੜਾ ਬੰਦ ਹੋਣਾ ਸਹਿਮਤੀ ਨਾਲ ਬੰਦ ਹੋਣਾ ਹੈ। ਸਾਡੀ ਬਾਕ ਹੈ ਜੇ ਉੱਥੇ ਇੱਕ ਟਰੇਡ ਜਥੇਬੰਦੀਆਂ ਨਾਲ ਜਿੰਨੀਆਂ ਵੀ ਜਥੇਬੰਦੀਆਂ ਭਾਰਤ ਦੀਆਂ ਕਿੱਥੇ ਕਿੱਥੇ ਵੀ ਕੰਮ ਕਰਦੀਆਂ, ਮੁਲਾਜ਼ਮ ਜਥੇਬੰਦੀਆਂ, ਕੋਈ ਵੀ ਕਿੱਤੇ ਵਾਲਾ ਟਰੇਡ ਜਥੇਬੰਦੀਆਂ, ਉਹਨਾਂ ਨਾਲ ਪਿਛਲੇ ਦਿਨਾਂ 'ਚ ਬਾਕ ਦੇ ਮੀਟਿੰਗ ਹੋਈ ਹੈ, ਤੈਅ ਹੋਇਆ। ਉਹ ਸਾਰੇ ਹਿੱਸਾ ਬਣਨਗੇ, ਜਿਵੇਂ ਰੇਲਾਂ ਆਪਦੇ ਆਪ ਰੁਕਣਗੀਆਂ ਵੀ ਰੇਲਾਂ ਚੱਲਣਗੀਆਂ ਨਹੀਂ,
ਪਰ ਸਾਡੇ ਕਿਸਾਨਾਂ ਤੋਂ ਜਿਵੇਂ ਕਹਿੰਦੇ ਨੇ ਕਤਰੇ ਖਾਣ ਵਾਲੇ, ਜਿਵੇਂ ਜਦ ਸਰਦਾ ਨਹੀਂ, ਜੇ ਮੈਂ ਬਾੜੇ 'ਚ ਨਾ ਬੜਾ, ਪਰ ਸਾਡੇ ਤਾਂ ਗੱਡੀ ਦੀ ਲਾਈਨ 'ਤੇ ਜਾਣਗੇ ਫਿਰ ਵੀ ਸਾਡੇ ਕਿਸਾਨਾਂ ਨੇ ਜਾਣੇ ਜਾਣਾ। ਉਹ 6 ਤੋਂ ਲੈ ਕੇ ਆਥਣ ਦੇ 6 ਤੱਕ ਮਤਲਬ 12 ਘੰਟੇ ਲਈ ਬੰਦ ਹੈ। ਉਸੇ ਬਾਰੇ ਮੈਂ ਅੱਜ ਸੋਚਿਆ ਸਾਥੀਆਂ ਨਾਲ ਰਾਏ ਕਰੀ ਵੀ ਆਪਾਂ ਪ੍ਰੈਸ ਕਾਨਫਰੰਸ ਕਰਕੇ ਆਪਣੀ ਗੱਲ ਸਾਰੇ ਲੋਕਾਂ, ਸਾਰੀ ਦੁਨੀਆ ਦੇ ਵਿੱਚ ਇਹ ਚਲੀ ਜਾਵੇ। ਇਹ ਇੱਕ ਪ੍ਰੋਗਰਾਮ ਸਾਡਾ ਇਹ ਅਗਲ ਗੱਲ ਹੈਗੀ ਹੈ। ਹਾਂ, ਇੱਕ ਸਰਕਾਰ ਨੇ ਬਿਮਾਰੀ ਲਿਆਂਦੀ ਆ ਪਿਛਲੇ ਸਾਲ ਦੀ। ਮੇਰਾ ਅੰਦਾਜ਼ਾ ਉਦੋਂ ਦਾ ਹੈ ਵੀ ਇਹ ਬਿਮਾਰੀ ਨਹੀਂ, ਕਿਉਂ ਜਿੱਦਾਂ ਦੀ ਦੁਨੀਆ ਪੈਦਾ ਹੋਈ ਆ ਮੇਰੀ ਸਮਝ ਮੁਤਾਬਕ 2 ਮਦਵਾੜੇ ਆਏ ਨੇ ਪਹਿਲਾਂ, ਤੇ 2 ਮਦਵਾੜਿਆਂ 'ਚ ਸੰਸਾਰ ਜੰਗ ਲੱਗੀ ਹੈ। ਪਿਛਲੀ ਸੰਸਾਰ ਜੰਗ 'ਚ ਤਾਂ ਪਰਮਾਣੂ ਵੀ ਚੱਲ ਗਿਆ ਸੀ, ਜੇ ਕਿ 2 ਪਰਮਾਣੂ ਚੱਲ ਗਏ ਸੀਗੇ, ਤਾਂ ਮੇਰਾ ਖਿਆਲ ਹੈ ਰੈਵੂਲੇਸ਼ਨ ਵੀ ਆਇਆ ਘੱਟੋ ਘੱਟ 35 ਦੇਸ਼ਾਂ ਦੇ ਵਿੱਚ। ਹੁਣ ਤੀਜਾ ਮਦਵਾੜਾ ਹੈ ਦੁਨੀਆ ਦਾ। ਹੁਣ ਇਹ ਜੰਗ ਤਾਂ ਲਾ ਨਹੀਂ ਸਕਦੇ। ਪਹਿਲਾਂ ਵਾਲੀ ਜੰਗ ਤਾਂ ਹੈ ਨਹੀਂ ਵੀ ਤੋਪਾਂ ਦੀ ਲੱਗੀ ਜਾਂ ਜੇ ਕਹਿ ਦਈਏ ਰਾਫਲ ਦੀ ਲੱਗ ਗਈ, AK-47 ਦੀ ਲੱਗ ਗਈ। ਹੁਣ ਜੇ ਜੰਗ ਲੱਗੂ, ਜੇ ਜੰਗ ਦਾ ਨਿਪਟਾਰਾ ਪਿਛਲੀ ਦੂਸਰੀ ਜੰਗ ਦਾ ਪਰਮਾਣੂ ਨਾਲ ਨਿਪਟਾਰਾ ਹੋਇਆ ਉਹਦਾ, ਹੁਣ ਸ਼ੁਰੂਆਤ ਜੰਗ ਦੀ ਪਰਮਾਣੂ ਨਾਲ ਹੋ। ਉਦੋਂ ਦਾ ਨਿਪਟਾਰਾ ਹੋਇਆ ਨਾ, 2 ਬੰਬ ਚੱਲ ਕੇ ਜੰਗ ਖਤਮ ਹੋ ਗਈ ਸੀ, ਬਾਅਦ ਚੱਲੀ ਸੀ। ਹੁਣ ਜੰਗ ਜੇ ਸ਼ੁਰੂ ਹੋਈ ਪਰਮਾਣੂ ਨਾਲ ਚੱਲੂ। ਮੇਰਾ ਖਿਆਲ ਹੈ ਜੇ ਮੈਂ ਆਪਣਾ ਆਮ ਬੰਦਾ ਨਹੀਂ ਕਹਿੰਦਾ ਯਾਰ ਮੈਂ ਲਾਇਸੈਂਸ ਬਣਾ ਲਾ ਕਰੇ ਰੋਟੀ ਹੋਵੇ ਨਾ ਹੋਵੇ। ਹਰ ਇੱਕ ਦੇਸ਼ ਨੇ ਸੋਚਿਆ ਸਾਡੇ ਲੋਕਾਂ ਨੂੰ ਸਹੂਲਤਾਂ ਮਿਲਣ ਨਾ ਮਿਲਣ, ਪਰ ਮੇਰੇ ਕੋਲ ਪਰਮਾਣੂ ਬੰਬ ਲਾਜ਼ਮੀ ਚਾਹੀਦਾ। ਇਸ ਤੋਂ ਇਹਨਾਂ ਨੇ ਡਰਦਿਆਂ ਨੇ, ਦੁਨੀਆ ਦੇ ਪੂੰਜੀਵਾਦ ਨੇ, ਸਾਮਰਾਜਵਾਦ ਨੇ, ਸੱਤਾ ਲੋਕਾਂ ਨੇ ਉਹਨਾਂ ਨੂੰ ਇਹ ਕਹਿਤਾ ਵੀ ਇੱਕ ਇਹੋ ਜਿਹਾ ਵਹਿਮ ਫੈਲਾ ਦਿਓ ਲੋਕਾਂ ਦੇ ਵਿੱਚ ਵੀ ਬਿਮਾਰੀ ਆ ਗਈ। ਦੇਖੋ ਮੇਰੇ ਨਾਲੋਂ ਵੱਧ ਪੜ੍ਹੇ ਲਿਖੇ ਬੈਠੇ ਹੋ ਪ੍ਰੈਸ ਵਾਲਿਓ, ਜ਼ੁਕਾਮ ਸਾਨੂੰ ਕਿੱਦੇ ਨਹੀਂ ਹੋਇਆ, ਖੰਘ ਸਾਨੂੰ ਕਿੱਦੇ ਨਹੀਂ ਹੋਈ, ਆਪਾਂ ਇੰਨੇ ਬੈਠੇ। ਮੈਂ ਕਹਿੰਦਾ ਹੁਣੀ ਸੱਦ ਲਓ, ਆਪਣੇ ਜੋ ਟੈਸਟ ਕਰਾ ਲਓ, ਤੀਜੇ ਹਿੱਸੇ ਦੇ ਹੁਣ ਨਿਕਲ ਆਉਣਗੇ। ਜਦੋਂ ਫਿਰ ਉਹਦੇ ਆਪਾਂ ਲਵੇ ਨਹੀਂ ਲੱਗਦੇ, ਬੰਦਾ ਪਰ ਪਾਸੇ ਭੱਜ ਜਾਂਦਾ ਵੀ ਯਾਰ ਆਪਾਂ ਸਕਿਆ ਹੀ ਹੋਵੇ, ਇਹਦਾ ਕਰੋ ਗਿਆ। ਹੁਣ ਤਾਂ ਇਕੱਠੇ ਬੈਠੇ ਆ ਨਾ ਆਪਾਂ ਸਾਰੇ। ਇਹ ਇੱਕ ਉਹਨੂੰ ਰੋਕਣ ਵਾਸਤੇ ਬਹਾਨਾ ਬਣਾ ਕੇ ਪਿਛਲੇ ਸਾਲ ਇਹ ਲਿਆ। ਮੈਂ ਪਿਛਲੇ ਸਾਲ ਵੀ ਧਰਨੇ 'ਤੇ ਬੈਠਾ ਸੀਗਾ, ਉਦੋਂ ਅਸੀਂ ਕਿਹਾ ਸੰਵਿਧਾਨ ਬਚਾਓ, ਸਾਡਾ ਲਗਾਤਾਰ ਧਰਨਾ ਚੱਲਦਾ ਸੀ। ਮੈਂ ਜਵਾਬ ਦੇਤਾ ਸੀ ਮੈਂ ਉੱਠਣਾ। ਅਫਸਰਸ਼ਾਹੀ ਮੇਰੇ ਕੋਲ ਆਈ ਵੀ ਪ੍ਰਧਾਨ ਜੀ ਕੀ ਗੱਲ? ਮੈਂ ਕਿਹਾ ਮੈਂ ਨਹੀਂ ਉੱਠਦਾ। ਕਹਿੰਦੇ ਬਿਮਾਰੀ ਆ ਗਈ। ਮੈਂ ਕਿਹਾ ਘਰੇ ਕਿਹੜਾ ਜਿੰਦਾ ਲਾ ਲਾਂਗੇ, ਘਰੇ ਵੀ ਆਜੂ ਤਾਂ ਜੀ ਆਉਣੀ ਹੈ। ਪਰ ਮੈਨੂੰ ਮੇਰੀ ਜਥੇਬੰਦੀ ਦੇ ਵਰਕਰਾਂ ਨੇ, ਮੇਰੇ ਆਗੂਆਂ ਨੇ ਕਿਹਾ ਵੀ ਨਹੀਂ ਹੁਣ ਤੁਹਾਨੂੰ ਉੱਠਣਾ ਪਊ। ਫਿਰ ਮੇਰਾ ਕਹਿਣ ਦਾ ਮਤਲਬ ਇਹ ਤੀਸਰੀ ਇੱਕ ਤਰੀਕੇ ਨਾਲ ਸੰਸਾਰ ਜੰਗ ਲਿਆਂਦੀ ਹੈ, ਤੇ ਜੰਗ ਨਾਲ ਸਾਨੂੰ ਉਹ ਪ੍ਰੈਸ ਹੋਵੇ, ਉਹ ਕਿੱਤੇ ਵਾਲੇ ਲੋਕ ਹੋਣ, ਉਹ ਕੋਈ ਵੀ ਕਿੱਤਾ, 99% ਲੋਕਾਂ ਨੂੰ ਸਾਨੂੰ ਲੜਨਾ ਪਊਗਾ। ਹੁਣ ਪਿਛਲੇ ਸਾਲ ਆ ਗਈ, ਕੀ ਹੱਕ ਨਹੀਂ ਬਣਦਾ ਸਰਕਾਰ ਦਾ? ਘੱਟੋ ਘੱਟ 4 ਦਿਨ ਦੀ ਲੋਕੋ ਵੀ ਆਪਦੇ ਘਰੇ ਵਗ ਜਾਓ। 20 ਕਰੋੜ ਲੋਕ ਪੈਦਲ ਤੁਰ ਕੇ ਸਾਰੇ ਭਾਰਤ ਦੇ ਵਿੱਚੋਂ ਇੱਧਰ ਲੈ ਇੱਧਰ, ਇੱਧਰ ਲੈ ਇੱਧਰ, ਇੱਧਰ ਲੈ ਇੱਧਰ, ਤੇ ਮੇਰਾ ਖਿਆਲ ਹੈ ਸੈਂਕੜੇ ਲੋਕ ਮਰੇ। ਇਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਉਹਨੂੰ ਪਹੁੰਚਦੇ ਕਰਨਾ ਜਾਂ ਕਿਵੇਂ ਕਰਨਾ। ਤੇ ਫਿਰ ਮੋਦੀ ਸਾਹਿਬ ਨੇ ਤਾੜੀਆਂ ਵਜਾਤੀਆਂ ਤੇ ਥਾਲੀਆਂ ਖੜਕਾਤੀਆਂ, ਕੋਈ ਉਦੋਂ ਦਵਾਈ ਦਾ ਇੰਤਜ਼ਾਮ ਨਹੀਂ ਹੋਇਆ, ਫਿਰ ਕਰੋਨਾ ਭੱਗ ਗਿਆ ਜੀ। ਮੈਨੂੰ ਤਾਂ ਇਹ ਲੱਗਦਾ ਵੀ ਕਰੋਨਾ ਨੂੰ ਛੁੱਟੀ ਕੱਟ ਕੇ ਆ ਗਿਆ, ਲੱਗਦਾ ਵੀ ਦੁਬਾਰੇ ਆ ਗਿਆ ਮੇਰੇ ਹਿਸਾਬ ਮੁਤਾਬਕ, ਵੀ ਇਹ ਕੋਈ ਕਰੋਨਾ ਨਹੀਂ, ਕੋਈ ਬਿਮਾਰੀ ਨਹੀਂ। ਹਾਂ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ, ਬੰਦੇ ਮਰਨਗੇ, ਇਹ ਵੀ ਕਹਿ ਕੇ ਜਾਂਦਾ। ਕਿਵੇਂ ਮਰਨਗੇ? ਉਹਨਾਂ ਨੇ 3 ਮਹੀਨੇ ਬੰਦ ਕਰਕੇ ਜਿਹੜਾ ਪ੍ਰਦੂਸ਼ਣ ਨੂੰ ਪਾਸੇ ਧੱਕਤਾ, ਜਿਹੜਾ ਵਾਤਾਵਰਨ ਹੈ ਜਿਵੇਂ ਕਿਹਾ ਵੀ ਦਿਨੇ ਤਾਰੇ ਦਿਖਣ ਲੱਗ ਗਏ, ਉਹ ਇੰਨਾ ਸਾਫ਼ ਕਰਤਾ। ਜਦੋਂ ਮੁੜ ਕੇ ਪ੍ਰਦੂਸ਼ਣ ਉੱਥੇ ਗਿਆ ਦੁਬਾਰੇ 100 ਤੇ ਪਹੁੰਚਿਆ, ਤੇ ਫਿਰ ਜਿਹੜੇ ਮੇਰੇ ਵਰਗੇ ਬੁੱਢੇ ਜੀ ਨੇ ਤੇ ਜਿਹਨੂੰ ਬਿਮਾਰੀ ਹੈ ਉਹ ਝੜਕ ਜਾਣੇ ਨੇ। ਤੇ ਸਰਕਾਰ ਨੇ ਕਹਿਣਾ ਵੀ ਰੁੱਧੂ ਸਿੰਘ ਕਹਿੰਦਾ ਜੀ ਕੋਈ ਬਿਮਾਰੀ ਨਾਲ ਲੱਗੇ ਬੰਦੇ ਮਰਨ, ਉਹ ਪ੍ਰਦੂਸ਼ਣ ਨਾਲ ਮਰਨਗੇ, ਬਿਮਾਰੀ ਨਾਲ ਨਹੀਂ ਮਰਦੇ। ਜ਼ਿਆਦਾ ਸਰਕਾਰ ਫੈਸਲਾ ਕਰ ਲਈ ਵੀ 3 ਮਹੀਨੇ ਦੁਬਾਰੇ ਫਿਰ ਜਹਾਜ਼ ਬੰਦ ਕਰਨੇ ਨੇ, ਰੇਲਾਂ ਬੰਦ ਕਰੀਆਂ। ਲੋਕਾਂ ਨੂੰ ਪਹਿਲਾਂ ਕਹਿੰਦੀ ਵੀ ਆਪਾਂ ਤਾਂ ਘਰੇ ਵਗ ਜਾਓ ਤੇ ਅਸੀਂ ਸਾਰਾ ਕੁਝ ਕਰਾਂਗੇ ਬੰਦ। ਇਹ ਸਾਲ 'ਚ ਕੋਈ ਸਕੀਮ ਬਣਾ ਲੇ। ਰੌਲਾ ਪ੍ਰਦੂਸ਼ਣ ਦਾ, ਬਿਮਾਰੀ ਦਾ ਨਹੀਂ ਹੈਗਾ। ਪ੍ਰਦੂਸ਼ਣ 1 ਮਹੀਨਾ ਮੈਂ ਹੱਕ ਤਾਂ ਸਾਰਾ ਕੁਝ ਬੰਦ ਰੱਖਣਾ ਚਾਹੀਦਾ, ਘੱਟੋ ਘੱਟ ਕੋਈ ਚੀਜ਼ ਨਹੀਂ ਚੱਲਣੀ ਚਾਹੀਦੀ। ਇੱਥੋਂ ਤੱਕ ਫੈਕਟਰੀਆਂ, ਇੱਥੋਂ ਤੱਕ ਪੱਠੇ ਵੀ ਬੰਦ ਕਰਾ ਦੇਣੇ ਚਾਹੀਦੇ ਨੇਗੇ ਵੀ ਨਹੀਂ ਚੱਲਣਗੇ, ਅਸੀਂ ਸਾਫ਼ ਕਰਨਾ ਹੈਗਾ। ਮਰਨਗੇ ਪ੍ਰਦੂਸ਼ਣ ਨਾਲ ਤੇ ਬਹਾਨਾ ਕਹਿਣਗੇ ਮਰ ਗਏ ਬਿਮਾਰੀ ਨਾਲ, ਸਿਰ ਲਾਉਣਗੇ ਸਾਡੇ ਵਰਗੇ। ਕੋਈ ਸਾਡੇ ਸਾਰੇ ਲੀਡਰ ਸੀਗੇ ਨਾ, ਕੋਈ ਬਿਮਾਰੀ ਨਹੀਂ ਸਾਡਾ, ਅਸੀਂ ਬਸ ਲੱਖਾਂ 'ਚ ਬੰਦੇ ਬੈਠੇ ਆ, ਸਾਡਾ ਤਾਂ ਕਦੇ ਮਰਿਆ ਨਹੀਂ।
ਅਟੈਕ ਹੋ ਕੇ ਮਰ ਸਕਦਾ ਹੈ, ਐਕਸੀਡੈਂਟ ਹੋ ਕੇ ਮਰ ਸਕਦਾ ਹੈ। ਇਹ ਸਾਡਾ ਕਰੋਨਾ ਬਾਰੇ ਹੈਗਾ ਵੀ ਮਤਲਬ ਸਾਨੂੰ ਬਾਹਲਾ ਡਰਨ ਦੀ ਲੋੜ ਨਹੀਂ। ਮੈਂ ਦੁਬਾਰਾ ਫੇਰ ਕਹਿਣਾ, ਕਰੋਨਾ ਨਾਲ ਬੰਦੇ ਨਹੀਂ ਮਰਨਗੇ, ਤੇ ਜੇ ਪ੍ਰਦੂਸ਼ਣ ਵਧੂਗਾ ਤਾਂ ਲੋਕ ਮਰਨਗੇ ਹੀ ਮਰਨਗੇ। ਡਿਟੇਲ ਤਾਂ ਇਹੀ ਹੈ ਵੀ ਅਸੀਂ ਕੋਈ ਵੀ ਸੰਦੇਸ਼ ਸੁਨੇਹਾ ਦੇਤਾ ਹੈ ਸਾਡੇ ਅੰਦੋਲਨ ਵੱਲੋਂ, ਤੇ ਭਾਰਤ ਦੇ ਲੋਕਾਂ ਨੇ ਸਾਡੀ ਹਮਾਇਤ ਕੀਤੀ ਹੈ। 23 ਤਰੀਕ ਦਾ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਬਣਾਇਆ ਸਰਹੱਦ ਦੇ ਉੱਤੇ, ਜਿੰਨੀਆਂ ਵੀ ਜਿੱਥੇ ਜਿੱਥੇ ਸਾਡੇ ਪ੍ਰੋਗਰਾਮ ਨੇ ਸਾਰੇ ਧਰਨੇ ਦੇ ਉੱਤੇ। ਹੁਣ ਉੱਥੇ ਵੱਧ ਚੜ ਕੇ ਅਸੀਂ ਕੋਈ ਲੀਡਰਾਂ ਨੇ ਪ੍ਰਬੰਧ ਨਹੀਂ ਕਰਿਆ ਲੋਕਾਂ ਨੂੰ ਲਿਜਾਣ ਵਾਸਤੇ, ਐਵੇਂ ਕਹਿ ਦਈਏ ਆਪਦੇ ਆਪ ਨੌਜਵਾਨ ਬੱਸਾਂ ਲੈ ਕੇ, ਕੋਈ ਵੀ ਸਾਧਨ ਲੈ ਕੇ ਵੱਡੀ ਗਿਣਤੀ ਦੇ ਉੱਤੇ ਨੌਜਵਾਨ ਗਏ ਨੇ। ਤੇ ਅਸੀਂ ਵੀ ਲੀਡਰਸ਼ਿਪ ਨੇ ਇੱਕ ਫੈਸਲਾ ਫਿਰ ਕਰਿਆ ਵੀ ਸਟੇਜ ਵੀ ਉਹੀ ਚਲਾਉਣਗੇ ਤੇ ਬੋਲਣਗੇ ਵੀ ਉਹੀ। ਮੈਂ ਵਾਗਿਆ ਸੀ ਉੱਥੇ, ਮੈਨੂੰ ਕਹਿੰਦੇ ਬੋਲਣਗੇ, ਮੈਂ ਨਹੀਂ ਬੋਲਦਾ ਅੱਜ, ਪਰ ਰੋਜ਼ ਬੋਲਦੇ ਆ। ਅੱਜ ਨੌਜਵਾਨ ਬੋਲਣ, ਇਹਨਾਂ ਤੋਂ ਇਹ ਠੀਕ ਬੁਲਾਉਣ ਸਿੱਖਣਗੇ ਵੀ ਕਿਹੜੇ ਨੂੰ ਕਦੋਂ ਟਾਈਮ ਦੇਣਾ ਹੈ, ਕਦੋਂ ਕਰਨਾ ਹੈ। ਜਿਹੜਾ ਹੁਣ ਸਾਨੂੰ ਕਦੇ ਕਦੇ ਨੌਜਵਾਨ ਕਹਿੰਦੇ ਬੁੜਿਆਂ ਦਾ ਕੰਮ ਚਲਾਉਣਾ ਨਹੀਂ ਹੁੰਦਾ, ਮੈਂ ਕਿਹਾ ਹੁਣ ਪਤਾ ਲੱਗ ਜੂ ਵੀ ਕੰਮ ਕਿਵੇਂ ਚੱਲਦਾ ਹੁੰਦਾ ਤੇ ਚਲਾਉਣਗੇ। ਤੇ ਬੜੇ ਉਹਨਾਂ ਨੇ ਤਜਰਬੇ ਨਾਲ ਕੱਲ ਚਲਾਇਆ। ਕੱਲ ਭਗਤ ਸਿੰਘ ਅੰਦੋਲਨ 26 ਤੋਂ ਪਹਿਲਾਂ ਤਾਂ ਹੈਗਾ ਸੀ, ਜੇ ਤੁਸੀਂ ਮੇਰੀ ਗੱਲ ਸੁਣ ਲਓ, ਉਹ ਇੱਕ ਮੇਲਾ, ਜਿਵੇਂ ਮੇਲੇ ਦੇ ਵਿੱਚ ਨਾ 26 ਜਨਵਰੀ ਤੋਂ ਜੋ 26 ਮੇਰੀ ਗੱਲ ਸਮਝ ਜਾਂਦੇ ਨੇ ਸਾਰੇ ਵੀ ਪ੍ਰਧਾਨ ਘੱਟ ਪੜਿਆ, ਕੋਈ ਗੱਲ ਨਹੀਂ। ਤੇ ਉਹ ਮੇਲਾ ਦੀ ਫਿਰ ਇੱਕ ਬੰਦਾ ਵੀ ਜਦ ਦੇਖ ਆਈਏ। ਚੰਡੀਗੜ੍ਹ ਦੇ ਲੋਕਾਂ 'ਚ ਮੈਂ ਵਧਾਈ ਦਿੰਦਾ, ਚੰਡੀਗੜ੍ਹ ਦੇ ਲੋਕਾਂ ਨੂੰ ਅੱਜ ਵੀ ਹੈਗਾ। ਸਾਰੇ ਚੰਡੀਗੜ੍ਹ ਦੇ ਲੋਕ, ਵੱਡੇ ਵੱਡੇ ਅਫਸਰ, ਰਿਟਾਇਰ ਅਫਸਰ, ਸਾਰੇ ਝੰਡੇ ਲੈ ਕੇ ਸੜਕ 'ਤੇ ਹੱਥ ਨੇ 2 ਘੰਟੇ ਲਾਉਂਦੇ ਨੇ। ਉਹ ਵੀ ਇੱਕ ਪ੍ਰੋਟੈਸਟ ਤੇ ਮਨ ਨੂੰ ਸ਼ਾਂਤੀ ਤੇ ਅੰਦੋਲਨ ਦੀ ਹਮਾਇਤ। ਉਹ ਜਿਹੜਾ 26 ਤੋਂ ਪਹਿਲਾਂ ਤੇ ਵੀ ਚਲੋ ਜਰਾ ਚੱਲੀਏ ਨੌਜਵਾਨਾਂ 'ਚ ਵੀ ਸਾਰੇ 'ਚ। ਮੈਂ ਹੁਣ ਉੱਧਰ ਨਹੀਂ ਜਾਊਂ ਕੀ ਵਾਪਰਿਆ। 26 ਤੋਂ ਬਾਅਦ ਇੱਕ ਅੰਦੋਲਨ ਬਣ ਗਿਆ, ਮਤਲਬ ਵੀ ਪੂਰੀ ਸੋਚ ਦੇ ਨਾਲ। ਅੰਦੋਲਨ ਸਾਡਾ ਸਥਿਰ ਰਿਹਾ ਕਿਵੇਂ? ਕਈ ਵਾਰ ਸਾਨੂੰ ਇਸ ਤਰ੍ਹਾਂ ਆ ਜਾਂਦਾ ਵੀ ਇਹ ਕਿਹਦੀ ਸਿਆਣਪ ਹੈ, ਕਿਹਦਾ ਕੁਛ ਹੈ। ਇੱਕ ਤਾਂ ਸਾਡੇ ਜਿੰਨੀਆਂ ਸੀ ਜਥੇਬੰਦੀਆਂ ਵਿੱਚ, ਗਰਾਹਾਂ ਵਾਲੇ ਆ ਗਏ ਵਿੱਚ, ਸਾਰੇ ਆ ਗਏ ਜਿੰਨੇ ਹੈਗੇ। ਸਾਡੇ ਕੋਲ 1 ਲੱਖ ਵਰਕਰ ਪੱਕਾ ਹੈ। ਉਹਨੂੰ ਜੇਲ੍ਹ ਜਾਣ ਨੂੰ ਕਹਿ ਦਿਓ, ਜੇਲ੍ਹ ਵਗ ਜੂ। ਉਹਨੂੰ ਕੁਛ ਵੀ ਕਰਨ ਨੂੰ ਕਹਿ ਦਈਏ, ਉਹ ਸਾਰਾ ਕੁਛ ਛੱਡ ਕੇ ਆਪਦਾ ਉੱਥੇ ਬੈਠੂਗਾ। ਜਿਹੜੀ ਸਾਡੀ ਉਹ ਤਾਕਤ ਹੈ, ਉਸ ਰਾਤ ਨੂੰ ਸਾਡੀ ਤਾਕਤ ਉੱਥੋਂ ਹੱਲੀ ਨਹੀਂ, ਉਹ ਡਟੀ ਰਹੀ। ਦੂਸਰਾ, ਮੈਂ ਵਧਾਈ ਦਿੰਦਾ ਪੰਜਾਬ ਦੀਆਂ ਪੰਚਾਇਤਾਂ ਨੂੰ ਤੇ ਖਾਪ ਪੰਚਾਇਤਾਂ ਨੂੰ। ਮੈਂ ਧੰਨਵਾਦ ਕਰਦਾ ਮੇਰੀਆਂ ਜਥੇਬੰਦੀਆਂ ਵੱਲੋਂ, ਆਪਦੇ ਵੱਲੋਂ, ਜਿਹੜੀਆਂ ਨੇ ਨਾਲ ਦੀ ਨਾਲ ਮੋਢਾ ਅੰਦੋਲਨ ਨੂੰ ਲਾਤਾ ਵੀ ਇਦੋਂ ਬਾਅਦ ਸਾਡੀ ਜ਼ਿੰਮੇਵਾਰੀ ਆ, ਤੁਸੀਂ ਚਿੰਤਾ ਨਾ ਕਰੋ। ਹੁਣ ਉਹ ਆਪਦੇ ਆਪ 10-10 ਬੰਦੇ, ਕਿਸੇ ਪਿੰਡ 'ਚੋਂ 10, ਵੱਧ ਤੋਂ ਵੱਧ ਕਿਸੇ ਪਿੰਡ 'ਚੋਂ 20। ਸਗੋਂ ਮੈਂ ਕਹਿਣਾ ਹੁੰਦਾ ਵੀ ਯਾਰ 10 ਤੋਂ ਵੱਧ ਨਾ ਹੋ। ਕਹਿੰਦੇ ਕੀ ਗੱਲ? ਮੈਂ ਕਿਹਾ ਟਕਾਈ ਨਾਲ ਕੰਮ ਚੱਲੀ ਜਾਂਦਾ, ਕੁਛ ਨਹੀਂ ਹੁੰਦਾ। 10 ਬੰਦੇ ਪਿੰਡ 'ਚੋਂ ਆ ਜਾਇਆ ਕਰੋ, 10 ਵਗ ਜਾਇਆ ਕਰੋ, 10 ਆ ਜਾਇਆ ਕਰੋ। ਹੁਣ ਤੁਸੀਂ ਗਿਣਤੀ ਆਪੇ ਹੀ ਲਾ ਲਓ, ਮੈਂ ਨਹੀਂ ਦੱਸਣੀ, ਉੱਥੇ ਗਿਣਤੀ ਹੈ 12,700 ਪਿੰਡ ਹੈ ਪੰਜਾਬ ਦਾ। ਇਹ ਕੋਈ ਕੈਲਕੂਲੇਟਰ ਲਾ ਸਕਦਾ ਵੀ ਕਿਹੜੇ ਉੱਥੇ ਕਿੰਨੇ ਪਿੰਡਾਂ ਦੀ ਹਾਜ਼ਰੀ। ਤੁਸੀਂ ਐਂ ਲਾ ਲਓ ਉੱਥੇ 5000 ਪਿੰਡ ਦੀ ਹਾਜ਼ਰੀ ਹੋਵੇ ਪੰਜਾਬ 'ਚੋਂ। ਗੱਲ ਤਾਂ ਨਹੀਂ ਪਿੰਡ ਜਾ ਰਹੀ ਹੈ, ਤੇ ਕਿੰਨੇ ਬੰਦੇ ਜਾਂਦੇ ਹੁਣ ਇਹਦੀ ਗਿਣਤੀ ਲਾ ਲਓ। ਹੋਰ ਘਟਾ ਲਓ ਜੇ ਕਿਸੇ ਨੇ ਘਟਾ ਕੇ ਦੇਖਣੇ। ਜਿਹੜੇ ਸਾਡੇ ਪ੍ਰੈਸ ਤਾਂ ਨਹੀਂ ਸਾਨੂੰ ਘਟਾ ਕੇ ਦੇਖਦੀ, ਨਾ ਦੇਖਿਆ ਅੱਜ ਤੱਕ। ਜਿਹੜੇ ਸਾਡੇ ਵਿਰੋਧੀ ਸਾਨੂੰ ਕਹਿੰਦੇ ਨੇਗੇ, ਉਹ ਘਟਾ ਕੇ ਦੇਖ ਲੈਣ ਵੀ ਕਿੰਨਾ। ਬੜਾ ਉਹ ਸ਼ਾਂਤ ਨਾਲ ਵਧੀਆ ਚੱਲਦਾ। ਪਹਿਲਾਂ ਪਾਲੇ ਤੋਂ ਇੰਤਜ਼ਾਮ ਕਰਿਆ ਸੀਗਾ, ਹੁਣ ਮੱਛਰ ਤੋਂ ਕਰ ਰਿਹਾ। ਮੱਛਰ ਜ਼ਰੂਰ ਹੈ, ਇਹ ਮੈਂ ਵੀ ਮੰਨ ਗਿਆ। ਮੱਛਰ ਆਪਣੇ ਮੱਛਰ ਨੂੰ ਵੱਡਾ ਲੱਗਦਾ ਮੈਨੂੰ ਉਹ ਕੁਛ ਉੱਤੇ, ਤੇ ਉਹਦਾ ਇੰਤਜ਼ਾਮ ਹੋ ਹੀ ਜਾਂਦਾ। ਹੁਣ ਤੁਸੀਂ ਮੰਨੋਗੇ, ਦਾਨ ਕਰਨੇ ਲੋਕਾਂ ਦਾ ਕੋਈ ਤੋੜਾ ਨਹੀਂ। ਇੱਕ ਬੰਦਾ 1 ਟਰੱਕ ਭਰ ਕੇ ਮੱਛਰਦਾਨੀਆਂ ਦੇ ਦਿਆ, ਜਿਹੜਾ ਇੱਕ ਪੁੜਾ 9 ਟਰਾਲੀਆਂ ਤੇ ਆ ਜਾਂਦਾ। ਮੰਜੇ ਤੇ ਨਹੀਂ, ਇੱਕ ਤਾਂ ਬਾਬਾ 9 ਮੰਜੇ ਡਾਹ ਲਈਏ, 9 ਟਰਾਲੀਆਂ ਦੇ ਉੱਤੋਂ ਦੀ ਉਹ ਕੋਈ ਪੁੜਾ ਦੇੜੋ, 9 ਟਰਾਲੀਆਂ ਦੇ ਉੱਤੇ ਤੁਸੀਂ ਉਹਦੀ ਮਤਲਬ ਮੱਛਰ ਰੋਕ ਲਓਗੇ। ਫਿਰ ਭਾਈ ਅੰਦੋਲਨ ਕਿਵੇਂ ਅਸੀਂ ਸਾਡਾ ਕਿਵੇਂ ਕਮਜ਼ੋਰ ਕਿਹਾ ਜਾ ਸਕਦਾ ਹੈ? ਵਿਰੋਧੀ ਕਿਉਂ ਕਹਿੰਦੇ ਨੇ? ਸਾਡੀਆਂ ਤਾਂ ਕਿਸੇ ਨੇ ਕਿਹਾ ਸੀ ਪੁਰਾਣਾ ਜ਼ਮਾਨਾ ਸੀ, ਉਹ ਪਿੰਡ ਬੰਨਣ ਲੱਗੇ, ਜਿਹੜੇ ਪਹਿਲਾਂ ਵਾਲੇ ਬੈਠੇ ਸੀ ਉਹਨਾਂ ਨੇ ਚੱਕ ਕੇ ਮੋੜੀ ਪੱਟਤੀ ਉਹਨਾਂ ਦੀ। ਉਹ ਫਿਰ ਸੰਤ ਕੋਲੇ ਗਏ, ਬਾਬਾ ਜੀ ਸਾਡੀ ਮੋੜੀ ਪੱਟਤੀ। ਕਹਿੰਦਾ ਵੀ ਕਿੱਥੇ ਸਿੱਟਤੀ? ਕਹਿੰਦਾ ਸਾਡੀ ਮੋੜੀ ਸਿੱਟਤੀ ਖੂਹ 'ਚ। ਕਹਿੰਦਾ ਪਤਾਲ 'ਚ ਜੜਾਂ ਲੱਗ ਗਈ। ਮੋਦੀ ਦਾ ਕਿੱਲ ਗੱਡੀ ਦੀ
ਫੁੱਟ ਦੀ। ਅਸੀਂ 150 ਫੁੱਟ ਮੋਟਰ ਡੂੰਘੀ 200 ਮੋਟਰ ਲੱਗ ਗਈ, ਸਾਡੀਆਂ ਜੜ੍ਹਾਂ ਪਤਾਲ 'ਚ ਲੱਗ ਗਈਆਂ। ਕਿਹੜਾ ਮਾਈ ਦਾ ਲਾਲ ਸਾਡੇ ਦੋਲਨ ਨੂੰ ਲਾ ਦੂਗਾ ਤੋਂ? ਕਿਵੇਂ ਹੱਲ ਜੂ? ਕੋਈ ਸੋਚ ਲੈ। ਅਸੀਂ ਵੱਡੀਆਂ ਵੱਡੀਆਂ ਕਾਨਫਰੰਸਾਂ ਕਰਦੇ ਹਾਂ, ਅਸੀਂ ਲਗਾਤਾਰ ਧਰਨੇ ਦਿੱਤੇ। ਲੁੱਟ ਸਿੰਘ 11 12 ਮਿੰਟ ਮੈਂ ਧਰਨੇ 'ਤੇ ਬੈਠਾ। ਅਸੀਂ ਛਾਇਆਮਾਨ ਲਾਉਂਦੇ ਹਾਂ, ਉਹ 3 ਮਹੀਨਿਆਂ 'ਚ ਪਾੜ ਜਾਂਦਾ। ਛਾਇਆਮਾਨ ਦੇ ਪੈਸੇ ਵੀ ਦਿੰਦੇ ਹਾਂ ਜਿਹੜਾ ਟੈਂਟ ਹੁੰਦਾ ਆਪਣਾ, ਤੇ ਨਵਾਂ ਲਵਾਉਂਦੇ ਹਾਂ, ਉਹਦਾ ਕਿਰਾਇਆ ਵੀ ਦੇਣਾ ਪੈ ਜਾਵੇ। ਜਿੰਨੀਆਂ ਸਾਡੀਆਂ ਸਟੇਜਾਂ ਚੱਲਦੀਆਂ ਪ੍ਰੈਸ ਉੱਥੇ ਹੈਗੀ ਹੈ, ਸਾਰਾ ਪੱਕੇ ਟੀਮ ਦੇ ਬਣ। ਫਿਰ ਦੋਲਨ ਹੱਲ ਜੂ ਪਈ। ਸਾਡੇ 'ਚ ਕਮਜ਼ੋਰੀ ਨਾ ਆਵੇ, ਲੜਨ ਵਾਲੇ ਲੋਕਾਂ 'ਤੇ ਲੜਾਉਣ ਵਾਲੇ ਲੋਕਾਂ 'ਚ ਦੋਲਨ ਨਹੀਂ ਪਿੱਛੇ ਹਟੂਗਾ। ਦੋਲਨ ਚੜ੍ਹਦੀ ਕਲਾ 'ਚ ਹੈ, ਸਾਰੇ ਲੋਕਾਂ ਦੀ ਇਸ 'ਤੇ ਕਿਰਪਾ। ਟਰਾਲੀਆਂ ਆਇਆ ਵੀ ਟਰਾਲੀਆਂ ਵੀ ਘਟ ਗਈਆਂ ਜੀ। ਤੁਸੀਂ ਮੈਂ ਖੁਦ ਆਗੂ ਸਮਝਦੇ ਹੋ ਮੈਨੂੰ। ਇੱਕ ਧਿਰਾਂ ਮੈਂ 32 ਜਥੇਬੰਦੀਆਂ 'ਚੋਂ, ਮੇਰਾ ਉੱਥੇ 2 ਟਰਾਲੀਆਂ ਗਈਆਂ ਹੋਈਆਂ ਮੇਰੀਆਂ ਆਪਦੀਆਂ, ਤੇ ਇੱਕ ਟਰੈਕਟਰ ਗਿਆ ਹੋਇਆ ਸੀ। ਮੈਂ ਕੀ ਕਿਹਾ ਮੁੰਡੇ, ਮੈਂ ਕਿਹਾ ਝੁੰਬਾ ਪਾਓ, ਇੱਕ ਟਰਾਲੀ 'ਤੇ ਟਰੈਕਟਰ ਕੱਢ ਦਿਓ, ਭੇਜੋ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਘਰ ਦੀ ਆਪਦੀ। ਮੈਂ ਕੁਦਰਤੋਂ ਮਾਨਸਾ ਆਇਆ, ਹੱਥ ਨੇ ਮੇਰਾ ਬੇਟਾ ਵੀ ਆ ਗਿਆ, ਮੇਰੇ ਪੋਤੇ ਵੀ ਆ ਗਏ। ਹੁਣ ਮੈਨੂੰ ਕਹਿ ਤਾਂ ਕੁਛ ਸਕਦੀ ਨਹੀਂ ਗੀ ਵੀ ਆਹ ਕਰ ਲਈਏ। ਉਹ ਮੈਂ ਕਿਹਾ ਮੁੰਡੇ ਕਹਿੰਦੇ ਹਾਂ। ਮੈਂ ਕਿਹਾ ਉਹ ਤੁਹਾਡਾ ਟਰੈਕਟਰ ਪਾਸੇ ਕੱਢਿਆ ਖੜਾ ਕਿ ਟਰਾਲੀ। ਉਹਨਾਂ ਨੇ ਹੱਸ ਕੇ ਤਾੜੀ ਜੀ ਨਹੀਂ ਪਾਉਂਦੇ, ਤਾੜੀ ਪਾਈ। ਮੈਂ ਕਿਹਾ ਕੀ ਗੱਲ? ਕਹਿੰਦੇ ਅਸੀਂ ਕੱਲ੍ਹ ਨੂੰ ਨਵਾਂ ਟਰੈਕਟਰ ਲੈਣਾ ਸੀ, ਜੇ ਤੂੰ ਨਾ ਸਾਨੂੰ ਦਿੰਦਾ। ਅਸੀਂ ਤਿਆਰੀ ਕਰ ਲਈ ਸੀ ਕੱਲ੍ਹ ਟਰੈਕਟਰ ਲੈ ਆ। ਮੈਂ ਕਿਹਾ ਨਹੀਂ, ਸਾਡੇ ਕੋਲ ਬਿੱਲ ਲੱਗਣਾ। ਹੁਣ ਉੱਥੇ ਇੱਕ ਟਰਾਲੀ ਰੱਖੀ ਹੋਈ ਹੈ, 42,000 ਰੁਪਇਆ ਲੱਗਿਆ। ਪੂਰਾ ਇੱਕ ਕਮਰਾ ਬਣਾਇਆ ਗਾ ਮੀਟਿੰਗਾਂ ਕਰਨ ਵਾਸਤੇ, ਸਾਰਾ ਕੁਝ ਤਿਆਰ ਹੋਈ ਜਾਂਦਾ ਗਾ। ਜਿੱਥੇ ਜਿੰਨਾ ਸੋਗਾ ਉਦੋਂ ਪ੍ਰਬੰਧ ਲੋਕਾਂ ਨੇ ਵੱਧ ਕਰ ਲਿਆ। ਆਪਣੀ ਪ੍ਰੈਸ ਉੱਤੇ ਹੈਗੀ ਹੈ, ਪਰ ਸਾਰਾ ਕੁਝ ਦੱਸ ਸਕਦੀ ਹੈ। ਪੂਰੀ ਚੜ੍ਹਦੀ ਕਲਾ 'ਚ ਹੈ, ਤੇ ਸਰਕਾਰ ਨੇ ਕਸਰ ਸਾਡੇ ਨਾਲ ਕੋਈ ਛੱਡੀ ਨਹੀਂ। ਹਮਲੇ ਕਰਨ ਦੀ ਕੋਈ ਕਸਰ ਨਹੀਂ ਛੱਡੀ। ਮੈਂ ਕਹਿੰਦਾ ਉਹ ਕੀ ਕਹਿੰਦੇ ਹੁੰਦੇ ਨੇ, ਬਸ ਆਪਣਾ ਜੱਟਾਂ ਦੀ ਕਹਾਵਤ ਹੈ ਵੀ ਸ਼ਰੀਕ ਇੱਕ ਸਿਰੇ ਨਹੀਂ ਬੰਨ੍ਹਦਾ ਤੇ ਕਸਰ ਨਹੀਂ ਛੱਡਦਾ ਹੁੰਦਾ। ਸਰਕਾਰ ਨੇ ਕਸਰ ਕੋਈ ਨਹੀਂ ਛੱਡੀ ਸਾਡੇ ਅੰਦੋਲਨ ਨੂੰ ਖਦੇ ਰਹਿੰਦੀ, ਜੇ ਗੱਲ ਕਰ ਲਈਏ। ਪਰ ਲੋਕਾਂ ਦੀ ਸਿਆਣਪ ਤੇ ਠੰਡਾ ਮਤਾ ਦੋਲਨ ਸਾਡਾ ਇਸੇ ਕਰਕੇ ਹੀ ਰਹਿ ਗਿਆ। ਮੈਂ ਪਹਿਲਾਂ ਵੀ ਸੁਣ, ਸਾਡੀ ਤਾਕਤ ਨਾਲ ਤੇ ਸਾਡੇ ਠੰਡੇਪਣ ਨਾਲ ਸਰਕਾਰ ਨੇ ਸਾਰੀਆਂ ਕਸਰਾਂ ਕੱਢਤੀਆਂ। ਦੇਖੋ ਮੈਂ ਇੱਕ ਗੱਲ ਕਹਿਣਾ, 1-2 ਵਾਰਾਂ ਸਾਰੀ ਪੁਲਿਸ ਇੱਕੋ ਜਿਹੀ ਨਹੀਂ ਹੁੰਦੀ। 1-2 ਵਾਰ ਮੇਰੀ ਝਪੱਟ ਵੀ ਪਈ ਹੈ, ਤੁਹਾਡੇ ਸਾਹਮਣੇ ਸਿੱਖੀ ਗੱਲ। ਪਰ ਇੱਥੋਂ ਤੱਕ ਹੈ ਵੀ ਪੁਲਿਸ ਗੱਡੀ ਨੂੰ ਜਾਂਦੇ ਸਲੂਟ ਮਾਰਨ ਤੱਕ ਜਾਂਦੀ ਹੈ। ਜੋ ਕੋਈ ਲੀਡਰ ਜਾਂਦਾ ਗੱਡੇ ਵੀ ਸਤਿ ਸ੍ਰੀ ਅਕਾਲ, ਸਲੂਟ ਹੀ ਹੋ ਗਈ, ਸਤਿ ਸ੍ਰੀ ਅਕਾਲ ਜੀ ਪ੍ਰਧਾਨ ਜੀ। ਵੀ ਹਜੇ ਕੋਈ ਵਤੀਰਾ ਪੁਲਿਸ ਦਾ ਨਹੀਂ ਹੋਇਆ। ਮੈਂ ਪਹਿਲਾਂ ਵੀ ਤੁਹਾਨੂੰ ਗੱਲ ਕਹੀ ਵਾਰ ਮੈਂ ਤੋਂ ਪਹਿਲਾਂ ਮੀਟਿੰਗ ਸੱਦੀ ਦੀ ਕਬਜੀ ਵੀ ਇਦੋਂ ਬਾਅਦ ਦੋਲਨ ਚੱਲੂਗਾ। ਸਾਰੀ ਰਾਤ ਦੀ ਮੀਟਿੰਗ ਸਾਡੀ ਹੋਈ। ਤੜਕੇ ਮੈਨੂੰ ਸਾਥੀਆਂ ਨੇ ਸਵਾਲ ਕਰਤਾ, ਪ੍ਰਧਾਨ ਜੀ ਜੇ ਸਰਕਾਰ ਸਾਰੇ ਹਿੱਲੇ ਹਾਰ ਗਈ ਕੀ ਕਰੂਗੀ? ਮੈਂ ਕਿਹਾ ਜਦੋਂ ਸਾਰੇ ਹਿੱਲੇ ਹਾਰ ਗਈ, ਜਿਹੜਾ ਇਹਦਾ ਇੱਕੋ ਵੱਜਦੇ ਨੇ ਕਿ ਉਹਨੂੰ ਸੈਨੀਏ ਕਹਿੰਦੇ ਨੇ ਕਿ ਬਜੰਗ ਕਹਿੰਦੇ ਨੇ ਬਣਾਈਆ ਫੌਜ, ਮੈਂ ਤਾਂ ਗੁੰਡਿਆਂ ਦੀ ਫੌਜ ਹੀ ਕਹੂੰਗਾ। RRS ਵਾਲੇ ਗੁੰਡਿਆਂ ਦੀ ਫੌਜ ਹੈ ਵੀ ਉਹ ਆਪਣੇ 'ਤੇ ਹਮਲਾ ਕਰੂ। ਤੁਸੀਂ ਯਕੀਨ ਮੰਨੋ 26 ਤਰੀਕ ਤੋਂ ਬਾਅਦ ਸਾਡੇ 'ਤੇ ਉਹਨਾਂ ਨੇ ਹਮਲਾ ਕੀਤਾ। ਸਾਡਾ ਤੁਸੀਂ ਪਤਾ ਕਰਾ ਲਓ, 1000 ਮੁੰਡਾ ਮੂਹਰੇ ਆ ਕੇ ਬਹਿ ਗਏ ਰਾਤ ਨੂੰ ਉਹਨਾਂ 'ਤੇ ਹਮਲਾ ਕਰਿਆ। ਪੁਲਿਸ ਵਾਲੀ ਵਰਦੀ ਬਾਕੀ ਉਹਨਾਂ ਨੇ ਕਰਿਆ, ਪੁਲਿਸ ਨੇ ਨਹੀਂ ਕਰਿਆ। ਸਾਡੇ 'ਤੇ ਟਕੈਤ 'ਤੇ ਹਮਲਾ ਕਰਿਆ ਨਾਲ ਤੀ ਉਹ ਪੂਰੇ ਮੱਥ ਕੇ ਗਈ ਸੀ। ਜੇ ਟਕੈਤ ਸਾਹਿਬ ਨਾ ਮਤਲਬ ਅੜਦਾ, ਘੱਟੋ ਘੱਟ ਸਿੱਖ ਕੌਮ ਦਾ ਨੁਕਸਾਨ ਜ਼ਿਆਦਾ ਹੋ ਗਿਆ। ਉੱਥੇ ਜ਼ਿਆਦਾ ਆਪਣੇ ਪੰਜਾਬੀ ਸਿੱਖ ਦੀ ਗਏ ਉਹ ਅੰਦੋਲਨ ਦੇ ਵਿੱਚ ਉਸ ਸਮੇਂ 'ਤੇ ਜ਼ਿਆਦਾ ਬੈਠੇ ਸੀਗਾ। ਉਹ ਦੂਜੇ ਵੀ ਹੈਗੇ ਸੀ ਪਰ ਜ਼ਿਆਦਾ ਤਾਂ ਆਪਣੇ 'ਤੇ ਲੱਗਦੇ ਨਾ। ਉਹ ਜੇ ਧਾਰਮਿਕ ਤੌਰ 'ਤੇ ਕਹਿ ਦਈਏ ਵੀ ਉਹ ਹੋ ਗਿਆ। ਉੱਥੇ ਜਿਹੜੀ ਸਭ ਤੋਂ ਮੂਹਰੇ ਸਟੇਜ ਚੱਲਦੀ ਹੈ, ਲੱਖ ਹੈ ਸਾਡਾ ਆਪ 'ਚ ਮਤਭੇਦ ਵਿਚਾਰਾਂ ਦੇ, ਹੁਣ ਕੋਈ ਲੈ ਨਹੀਂ। ਮੈਂ ਉੱਥੇ ਦਿਨ ਦਿਹਾੜੇ ਉਹਨਾਂ ਨੇ ਸ਼ਿਵ ਸੈਨਾ ਵਾਲਿਆਂ ਨੇ ਹਮਲਾ ਕਰਿਆ ਸਾਡੇ 'ਤੇ ਆ ਕੇ, ਜੀ ਕਰਿਆ ਉਹਨਾਂ ਨੇ ਕਰਿਆ। RRS ਨੇ ਹਮਲਾ ਕਰਿਆ ਦਿਨ ਦਿਹਾੜੇ। ਫਿਰ ਇਹਨੂੰ ਕੀ ਕਹੋਗੇ ਤੁਸੀਂ? ਪਰ ਉਹ ਫੇਲ ਹੋ ਗਏ, ਕਾਮਯਾਬ ਨਹੀਂ ਹੋਏ। ਇਕੱਲੇ ਬੋਲੀ ਹੋ ਹਾਂ। ਕਣਕ ਆਪਾਂ ਵੱਢ ਲਾਂਗੇ ਤੇ ਪੌਦ ਲਾ ਦਾਂਗੇ ਤੇ ਆਪਣੇ ਕੋਲੇ 2 ਮਹੀਨੇ ਨੇ, ਪੌਣੇ 2 ਮਹੀਨੇ ਜਮਾ ਵਿਹਲੇ ਹੁੰਦੇ ਅਸੀਂ। ਟਰੈਕਟਰ ਬਾਹਲ ਬਾਹਿਆ ਹੁੰਦਾ, ਕੁਛ ਨਹੀਂ ਕਰਨਾ, ਮੋਟਰ ਆਪੇ ਚੱਲੀ ਜਾਂਦੀਆਂ। ਸਾਡੇ ਕੋਲੇ 3 ਰਾਹ ਨੇ ਅੰਦੋਲਨ ਦੇ। ਇੱਕ ਤਾਂ ਅਸੀਂ ਬਹਿ ਕੇ ਇਹਨੂੰ ਮੱਥ ਕੇ ਲੰਮਾ ਚਲਾ ਸਕਦੇ, ਇੱਕ ਅਸੀਂ
ਸਰਕਾਰ ਨਾਲ ਡੰਡੋ ਡੰਡੀ ਹੋ ਸਕਦੀ ਵੀ ਇਹਨੂੰ ਨਿਮੇੜ ਨਹੀਂ ਹੈ। ਇੱਕ ਅਸੀਂ ਸਰਕਾਰ ਨਾਲ ਮੇਰੀ ਰਾਏ ਹੈ, ਇਹ ਗੱਲ ਮੇਰੀ ਇੱਥੇ ਨਹੀਂ ਪੱਕਣੀ, ਪੱਕੂਗੀ ਉੱਥੇ ਜਾ ਕੇ। ਮੈਂ ਪ੍ਰੈਸ ਨੂੰ ਬੇਨਤੀ ਕਰਦਾ, ਮੇਰੀ ਰਾਏ ਹੈ ਸਰਕਾਰ ਨਾਲ ਨਾ ਮਿਲਤਣ ਲਹਿਰ ਚਲਾਉਣੀ। ਜਦੋਂ ਭਾਰਤ ਆਜ਼ਾਦ ਹੋਇਆ ਸੀ ਵੀ ਨਾ ਕੁਛ ਦੇਣਾ ਤੇ ਨਾ ਕੁਛ ਲੈਣਾ। ਜੇ ਅਸੀਂ ਇਹ ਲਹਿਰ ਚਲਾ ਜਾਂਦੇ ਹਾਂ, ਤੁਸੀਂ ਫਿਰ ਲੜਾਈ ਦੇਖਿਓ, ਫਿਰ ਇਹ ਦੂਜੀ ਆਜ਼ਾਦੀ ਦੀ ਜੰਗ ਹੈ, ਆਜ਼ਾਦੀ ਆਊਗੀ ਜਿਹੜੀ ਪਹਿਲਾਂ ਵੀ ਕਹਿੰਦੇ ਆ। ਫਿਰ ਅਸੀਂ ਆਪਦੇ ਪਿੰਡਾਂ 'ਚ ਬਹਿ ਜਾਵਾਂਗੇ ਡਾਂਗਾ ਲੈ ਕੇ, ਨਾ ਇਹਨਾਂ ਨੂੰ ਵੜਨ ਦਈਏ, ਨਾ ਬਿਜਲੀ ਕਨੈਕਸ਼ਨ ਕੱਟਣ ਦਈਏ। ਅਸੀਂ ਵਪਾਰੀਆਂ ਨੂੰ ਕਹਾਂ ਕੋਈ ਟੈਕਸ ਨਾ ਭਰੋ, ਇਹ ਇੰਨਾ ਨਾ ਸਰਕਾਰ ਲੁੱਟੀ ਜਾਂਦੇ ਨੇਗੇ। ਇਹ ਫਿਰ ਸਰਕਾਰ ਨਾਲ ਅਸੀਂ ਦੂਜੀ ਲੜਾਈ ਦੀ ਤਿਆਰੀ ਹੈ। ਤਿੰਨ ਗੱਲਾਂ 'ਚੋਂ ਇੱਕ ਗੱਲ ਕਣਕ ਤੋਂ ਬਾਅਦ ਹੋ ਜਾਣੀ। ਪੰਜਾਬ ਸਰਕਾਰ ਕਹਿੰਦੀ ਹੈ ਕਿ ਕਰੋਨਾ ਦੇ ਆંકੜੇ ਵਧ ਰਹੇ ਨੇ, ਮੁੱਖ ਮੰਤਰੀ ਕਹਿੰਦੇ ਨੇ ਕਿ ਵਿਦੇਸ਼ਾਂ ਤੋਂ ਜਿਹੜੇ ਲੋਕ ਆ ਰਹੇ ਨੇ 81% ਜਿਹੜਾ ਹੈਗਾ ਉਹ ਵਾਲਾ ਸਟ੍ਰੇਨ ਯੂਕੇ ਵਾਲਾ ਸਟ੍ਰੇਨ ਪਹੁੰਚ ਰਿਹਾ ਹੈ। ਮਾਸਕ ਪਾਉਣ ਨੂੰ ਕਹਿ ਰਹੇ ਨੇ, ਸੋਸ਼ਲ ਡਿਸਟੈਂਸਿੰਗ ਨੂੰ ਕਹਿ ਰਹੇ ਨੇ। ਲੱਗਦਾ ਨਹੀਂ ਤੁਸੀਂ ਫਿਰ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਹੈਗਾ ਇਹ ਕਮੈਂਟ ਦੇ ਰਹੇ ਹੋ ਆਪਣਾ? ਸਾਡਾ ਰੌਲਾ ਦੋ ਜਮਾਤਾਂ 'ਚ ਹੈ, ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਇੱਕ ਜਮਾਤ ਲੁੱਟੀ ਜਾ ਰਹੀ ਹੈ ਤੇ ਇੱਕ ਜਮਾਤ ਲੁੱਟਦੀ ਹੈ। ਅਸੀਂ ਨਾ ਕੈਪਟਨ ਨੂੰ ਆਪਦੀ ਜਮਾਤ ਦਾ ਸਮਝੀਏ, ਨਾ ਬਾਦਲ ਨੂੰ ਸਮਝੀਏ, ਇੱਥੋਂ ਤੱਕ ਨਾ ਕੇਜਰੀਵਾਲ ਨੂੰ ਸਮਝੀਏ। ਉਹ ਕੋਈ ਸਾਡੀ ਜਮਾਤ ਦੇ ਨਹੀਂ। ਜਿਹੜਾ ਕੋਈ ਸਾਡੀ ਜਮਾਤ ਦੇ ਉਲਟ ਕਾਨੂੰਨ ਲਿਆਊਗਾ ਅਸੀਂ ਉਹਦੇ ਖਿਲਾਫ ਲੜਾਂਗੇ। ਮੈਂ ਪਹਿਲਾਂ ਕਹਿਣਾ, 1 ਸਕਿੰਟ 'ਚ 2 ਜੰਮਦੇ ਨੇ ਤੇ ਬੁੜੇ ਤੋਂ ਲੈ ਕੇ ਗੱਭਰੂ ਤੋਂ ਲੈ ਕੇ 3 ਮਰਦੇ ਨੇ। ਉਹਨਾਂ ਦੇ ਅੰਕੜੇ ਜੋੜ ਲਓ, ਉਹ ਅੰਕੜੇ ਲਾ ਕੇ ਦੱਸਣ ਲੱਗ ਜਾਣਗੇ। ਮਤਲਬ ਅਸੀਂ ਬਿਲਕੁਲ ਕਹਿੰਦੇ ਆ, ਸਾਡੇ ਸਾਰੇ ਲੀਡਰ ਕਰੂ, ਤੁਸੀਂ ਇਕੱਲਾ ਨਹੀਂ ਕਹਿੰਦਾ ਵੀ ਕੋਈ ਬਿਮਾਰੀ ਨਹੀਂ। ਮੈਂ ਬੰਦੇ ਮਰਨਗੇ, ਮੈਂ ਕਦੋਂ ਕਹਿੰਦਾ ਨਹੀਂ ਮਰਨਗੇ? ਮਰਨਗੇ ਜਦੋਂ ਪਰ ਦੁਬਾਰੇ ਫੈਕਟਰੀਆਂ ਚੱਲੀਆਂ, ਦੁਬਾਰੇ ਸਾਰਾ ਭੱਠੇ ਚੱਲੇ, ਦੁਬਾਰੇ ਇੱਥੇ ਮੁੜ ਕੇ ਸਾਰਾ ਜਦੋਂ ਚੱਲਦੀ ਹੁੰਦੀ ਹੈ ਬੰਦਾ ਉਹਨਾਂ ਕੁ ਝੱਲੀ ਜਾਂਦਾ ਹੁੰਦਾ, ਉਹਨਾਂ ਕੁ ਝੱਲੀ ਜਾਂਦਾ, ਉਹਨਾਂ ਕੁ ਝੱਲੀ ਜਾਂਦਾ। ਜਦੋਂ ਉਹਨੂੰ ਇੰਨੀ ਸਫਾਈ ਦੇ ਵਿੱਚ ਤੁਸੀਂ, ਮੈਂ ਤੁਹਾਡੇ 'ਚ ਹੀ ਕਰਦਾ ਗੱਲ, ਮੈਂ ਤਾਂ ਨਹੀਂ ਗਿਆ ਤੁਹਾਡੇ 'ਚ ਕੋਈ ਵਿਦੇਸ਼ ਗਿਆ ਹੋਵੇ ਇੱਥੇ ਰਹਿਣ ਨੂੰ ਜੀ ਨਹੀਂ ਕਰਦਾ, ਉੱਥੇ ਇੰਨੀ ਸਫਾਈ ਹੈ ਵੀ ਯਾਰ ਇੱਥੋਂ ਤਾਂ ਚਲੋ ਚੱਲੀਏ। ਫਰਕ ਹੈ, ਚੰਡੀਗੜ੍ਹ ਆਉਂਦੇ ਆ, ਮੇਰਾ ਖਿਆਲ ਹੈ ਪੰਜਾਬ ਨਾਲ ਤਾਂ ਫਰਕ ਹੈ ਨਾ ਚੰਡੀਗੜ੍ਹ ਦਾ, ਰਹਿਣ ਸਹਿਣ ਸਾਰੇ ਕੁਛ ਦਾ। ਪਰ ਇਹ ਤਾਂ ਮਾੜੀ ਇਹਨਾਂ ਦੀ ਕਰਤੂਤ ਨੇ, ਕੁੱਤੇ ਢੱਠੇ, ਮਤਲਬ ਸਾਰਾ ਕੁਛ ਨੂੰ ਖਰਾਬ ਕਰੀ ਜਾਂਦੇ ਨੇ, ਉਹਦੇ ਕਿੰਦਾ ਝਾਕਦੇ ਨਹੀਂ। ਇਹ ਸਫਾਈ ਕਰਕੇ ਲੋਕ ਮਾਰਦੇ ਨਾ ਸਫਾਈ ਕਰਕੇ ਵੀ ਸਫਾਈ ਹੈ ਹੀ ਨਹੀਂ, ਮਾਤਰ ਸਫਾਈ ਹੈ ਹੀ ਨਹੀਂ। ਤੁਸੀਂ ਮੈਨੂੰ ਇਹ ਦੱਸੋ, ਜੇ ਅਗਾਂਹ ਵਧੂ ਦੇਸ਼ ਫਾਲਤੂ ਕੁੱਤਾ ਨਹੀਂ ਫਿਰਨ ਦਿੰਦੇ, ਫਾਲਤੂ ਪਸ਼ੂ ਨਹੀਂ ਫਿਰਨ ਦਿੰਦੇ, ਫਿਰ ਇਹਨਾਂ ਦਾ ਹੱਕ ਨਹੀਂ ਬਣਦਾ। ਇੱਕ ਕੱਲ੍ਹ ਹੀ ਪਰਸੋਂ ਮੇਰੇ ਇਲਾਕੇ ਦੇ ਵਿੱਚ 2 ਨੌਜਵਾਨ ਮਰੇ ਨੇ, ਐਕਸੀਡੈਂਟ ਹੋ ਗਏ। ਜੇ ਉਹ ਨਹੀਂ ਮਰਾਂਗੇ, ਐਕਸੀਡੈਂਟ ਹੋ ਕੇ ਮਰਾਂਗੇ। ਕਰਾਉਣਾ ਕੀ ਉਹਨਾਂ ਤੋਂ? ਮੈਨੂੰ ਤਾਂ ਦੱਸ ਦਿਓ। ਬੰਦੇ ਦਾ ਇਲਾਜ ਕਿੰਨੇ ਮਰੀ ਜਾਂਦੇ ਨੇ ਤੇ ਟੱਠਿਆਂ ਦਾ ਇਲਾਜ ਕਰਾਉਂਦੇ ਨੇ, ਨਾ ਕਿਸੇ ਕੰਮ ਆਉਣ, ਨਾ ਕਿਤਰਨ ਕਰਨ ਦੇਣਗੇ। ਹਾਂਜੀ, ਪੰਜਾਬ ਦੀ ਸਥਿਤੀ ਬਿਲਕੁਲ ਉਲਟ ਹੈ। ਬੀਜੇਪੀ ਦੇ ਪਤਾ ਹੀ ਤੁਹਾਨੂੰ ਤੈਅ ਕਰਨੇ ਨੇ ਉਹਨਾਂ ਦੇ, ਤੇ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਤੁਸੀਂ ਕੀ ਰਣਨੀਤੀ ਤਿਆਰ ਕੀਤੀ ਹੈ? ਕਿ ਕੋਈ ਸਾਂਝਾ ਪ੍ਰੋਗਰਾਮ ਦਿਓਗੇ ਤੁਸੀਂ ਐਕਚੁਅਲੀ ਸਿਆਸੀ ਪਾਰਟੀਆਂ ਨੂੰ, ਜਾਂ ਕੋਈ ਐਲਾਨ ਕਰੋਗੇ ਕਿ ਕਿਹੜੀ ਪਾਰਟੀ ਨੂੰ ਤੁਸੀਂ ਵੋਟ ਪਾਉਣੀ ਹੈ? ਕੀ ਸੋਚਿਆ ਤੁਸੀਂ? ਤੇ ਉਹ ਚੱਲਦੇ ਦੋਲਣ 'ਚ ਇੱਕ ਇਲੈਕਸ਼ਨ ਆ ਗਈ, ਸਾਡਾ ਫੈਸਲਾ ਇਹ ਹੋ ਗਿਆ ਵੀ ਆਪਾਂ ਇਕੱਲੀ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਨਾ ਹੈ। ਐ ਨਹੀਂ ਕਹਿਣਾ ਫਲਾਣੇ ਨੂੰ ਪਾਓ, ਇਹ ਸਾਡੀ ਨੀਤੀ ਸਪਸ਼ਟ ਹੈ ਨਾ। ਅਸੀਂ ਕਿਸੇ ਨੂੰ ਕਹਿੰਦੇ ਵੀ ਆ ਫਲਾਣੇ ਨੂੰ ਪਾਓ, ਅਸੀਂ ਵੀ ਇਹਨੂੰ ਨਾ ਪਾਓ। ਪੰਜਾਬ ਦੀ ਨੀਤੀ ਅਸੀਂ ਕੁਛ ਸਪਸ਼ਟ ਨਹੀਂ ਸੀ ਕਰ ਸਕਦੇ ਜਿੰਨਾ ਚਿਰ ਸਾਡਾ ਅੰਦੋਲਨ ਚੱਲਦਾ। ਸਵਾਲ ਹੀ ਨਹੀਂ ਪੈਦਾ ਹੁੰਦਾ ਰੂਦੂ ਸਿੰਘ ਕੋਈ ਗੱਲ ਕਹਿ ਦੇ ਜਾਂ ਰਾਜੇਵਾਲ ਕਹਦੇ ਵੀ ਅਸੀਂ ਆਹ ਨੀਤੀ ਕਰਾਂਗੇ, ਠੀਕ ਹੈ ਨਾ। ਮੈਨੂੰ ਕੱਲ੍ਹ ਵੀ ਉੱਥੇ ਇੱਕ ਪ੍ਰੈਸ ਰਿਪੋਰਟਰ ਨੇ ਕਿਹਾ, ਕਹਿੰਦਾ ਕਿਹਦੀ ਸਰਕਾਰ ਬਣੂ ਪੰਜਾਬ 'ਚ? ਮੈਂ ਕਿਉਂ ਦੱਸਾਂ, ਮੇਰਾ ਕੀ ਮਤਲਬ ਹੈ? ਮੈਂ ਇੱਕ ਦੀ ਕਹਿ ਜਾ ਮਤਲਬ, ਮੈਂ ਫਿਰ ਦੂਜੇ ਪਾਸੇ ਉਹਦੇ ਕਿਨੇ ਹੋ ਹੀ ਗਿਆ, ਮੈਂ ਕਿਉਂ ਕਹੂੰਗਾ? ਪਰ ਜਿਹੜੀ ਇੱਕ ਚਰਚਾ ਹੈਗੀ ਹੈ ਕਿ ਕਿਸਾਨ ਅੰਦੋਲਨ ਦੇ ਕਰਕੇ ਕਾਂਗਰਸ ਦੀਆਂ 5 ਉਂਗਲਾਂ ਝੋਲ ਦੇ ਵਿੱਚ ਲੱਗਦੀਆਂ, ਕਿ ਝੋਲ ਦੇ? ਮੈਨੂੰ ਤਾਂ ਨਹੀਂ ਲੱਗਦੀਆਂ, ਚਾਹੇ ਕੁਛ ਕਹੀ ਜਾਵੇ ਕੋਈ। ਸਿਆਸੀ ਪਾਰਟੀਆਂ ਨੂੰ ਰਾਹ ਨਹੀਂ ਦਿਖ ਰਿਹਾ ਜੀ, ਜਾਈਏ ਕਿੱਧਰ ਨੂੰ, ਰਾਹ ਲੱਭ ਨਹੀਂ ਰਿਹਾ ਉਹਨਾਂ ਨੂੰ। ਉਹ ਪਹਿਲਾਂ ਤਾਂ ਸਾਦੇ ਹੁੰਦੇ ਲੋਕਾਂ ਨੂੰ, ਹੁਣ ਉਹ ਆਪਦੇ ਐਮਐਲਏ ਇਕੱਠੇ ਕਰਦੇ ਨੇ, ਕਿਤੇ ਇਹ ਤਾਂ ਨਹੀਂ ਰੁੱਸਦੇ। ਕੱਲ੍ਹ ਹੀ ਕਰਕੇ ਹਟਿਆ ਕੋਈ, ਉਹਨਾਂ ਦਾ ਪਤਾ ਨਹੀਂ ਕਿਹੜਾ ਹੈਗਾ, ਕੱਲ੍ਹ ਹੀ ਸੱਦ ਕੇ ਹਟਿਆ ਐਮਐਲਏ ਨੂੰ ਜਿਹੜੇ ਨਵੇਂ ਜਿੱਤੇ ਨੇਗੇ। ਹਾਂ, ਕਾਂਗਰਸ ਨੂੰ ਕਿਸੇ ਨੂੰ ਰਾਹ ਨਹੀਂ ਥਿਆ ਰਿਹਾ, ਇਹਨਾਂ ਨੂੰ ਕਿਸੇ ਨੂੰ ਵੀ, ਸਿਆਸੀ ਪਾਰਟੀ ਨੂੰ। ਹਾਂ, ਗੱਲ ਹੈ ਅੰਦੋਲਨ ਦੀ, ਸਾਰੇ ਲੋਕਾਂ ਦੀਆਂ ਨਜ਼ਰਾਂ ਹਰ ਇੱਕ ਦੀਆਂ ਮਤਲਬ ਅੰਦੋਲਨ ਕੰਨੀ ਜੁੜੀਆਂ ਹੋਈਆਂ ਨੇਗੀਆਂ। ਇਸੇ ਕਰਕੇ ਤੁਸੀਂ ਕਰੋਨਾ ਦੀ ਗੱਲ ਕੀਤੀ ਹੈ, ਅਸੀਂ ਵੀ ਸਰਵੇ ਕਰ ਰਹੇ ਹਾਂ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੂੰ ਸਾਨੂੰ ਘਰਾਂ ਦੇ ਵਿੱਚ ਤਾਰ ਰਹੀਆਂ ਨੇ। ਜੇ ਇਹੀ ਹਾਲ ਰਿਹਾ ਤੇ ਕਾਂਗਰਸ ਵਾਲੇ ਨੂੰ ਅਸੀਂ ਘਰੋਂ ਬਾਹਰ ਨਹੀਂ ਨਿਕਲ ਦੇਵਾਂਗੇ, ਜਿਵੇਂ ਬੀਜੇਪੀ ਨੂੰ ਨਹੀਂ ਨਿਕਲਦੇ ਰਹੇ। ਤੁਸੀਂ ਫਿਰ ਉਹਨਾਂ ਦਾ ਸਾਥ ਦੋਗੇ? ਲੋਕਾਂ ਦਾ ਬਿਲਕੁਲ ਸਾਥ ਦੇਵਾਂਗੇ। ਮੈਂ ਤਾਂ ਇੱਥੋਂ ਤੱਕ ਕਿਹਾ ਵੀ ਜਦੋਂ ਤੁਹਾਡਾ ਚਲਾਨ ਕਰ, ਮੈਂ ਤੁਹਾਨੂੰ ਵੀ ਕਹਿਣਾ, ਕਲਮ ਤਲਵਾਰ ਨਾਲ ਤਿੱਖੀ ਹੁੰਦੀ ਹੈ,
ਤੁਸੀਂ ਕਿਉਂ ਡਰੀ ਜਾਂਦੇ ਮੂੰਹ ਬੰਨੀ ਜਾਂਦੇ ਵੀ ਮਤਲਬ ਕੀ ਇਹਨਾਂ ਤਾਂ ਇੱਥੋਂ ਤੱਕ ਕਰਿਆ ਸਾਨੂੰ ਅੰਦਰ ਬੰਦ ਕਰਤਾ 3 ਕਾਨੂੰਨ ਲਿਆਂਦੇ ਫਿਰ ਮੈਂ ਇੱਥੋਂ ਫੇਰ ਉਹ ਗੱਲ ਨਿਕਲ ਜਾ ਵੀ ਸਿਆਣਾ ਮੈਂ ਬੋਲਦਾ ਜਿਹੜੇ ਹੱਥ ਅਸੀਂ ਸਾਰੀ ਉਮਰ 'ਚ ਨਹੀਂ ਧੋਤੇ ਸਾਲਿਆਂ ਨੇ ਮਹੀਨੇ 'ਚ ਧਵਾਤੇ ਉਹਨਾਂ ਨੇ ਹੱਥ ਸਾਡੇ ਦੱਸ ਕੀ ਕਰਾਂਗੇ ਇਹ ਗੱਲ ਹੈ ਕੋਈ ਪ੍ਰਧਾਨ ਜੀ ਜਿਹੜਾ ਰਾਤ ਦਾ ਕਰਫਿਊ ਲਾਇਆ ਰਾਤ ਨੂੰ ਲੋਕ ਇਕੱਠੇ ਨਹੀਂ ਹੁੰਦੇ ਜਿਵੇਂ ਦਿੱਲੀ ਕਿਸਾਨ ਮੋਰਚੇ ਤੋਂ ਪੰਜਾਬ ਦੇ ਲੋਕ ਆਉਂਦੇ ਇੱਧਰ ਨੂੰ ਉਹਨਾਂ ਨੂੰ ਵੀ ਦਿੱਕਤਾਂ ਆਉਂਦੀਆਂ ਸਾਨੂੰ ਤਾਂ ਜਿਹੜਾ ਛੇੜੂ ਤੇ ਡਾਂਗ ਹੀ ਖੜਕਾਉਣੀ ਆ ਫਿਰ ਛੇੜ ਲੈ ਜਿਹਨੇ ਦਿਖਾ ਮੇਰੀ ਗੱਡੀ ਜਾਊਗੀ ਕੋਈ ਲਾ ਕੇ ਦਿਖਾਵੇ ਹੱਥ ਉਹਦੀ ਬੋਲੂ ਪਿੰਡਾਂ 'ਚ ਨਾ ਤਜਰਬਾ ਦੇਖਿਓ ਰਾਤ ਬਰਾਤੇ ਵੀ ਕਦੋਂ ਮਰਜੀ ਬੋਲ ਦਾਂਗੇ ਬਾਬੇ ਬਖੁੰਡਿਆਂ ਦੀ ਗੱਡੀ ਘੇਰ ਲਈ ਜਾ ਕੇ ਉੱਥੇ ਨਿਕਲਣਾ ਪਊਗਾ ਫਿਰ ਦੇਖਿਓ ਉਹਦੇ ਕਿਵੇਂ ਆਉਂਦੇ ਲੋਕ ਤੁਸੀਂ ਪ੍ਰੈਸ ਹੋ ਮੇਰੇ ਨਾਲ ਵੱਧ ਪੜ੍ਹੀ ਲਿਖੀ ਉਸ ਗੱਲ ਕੀਤੇ ਜਾ ਰਹੇ ਨੇ ਯਾਨੀ ਸਰਾਸਰ ਗਲਤ ਕੈਪਟਨ ਨੂੰ ਮੈਂ ਪੁੱਛਦਾ ਵੀ ਭਾਈ ਸਕੂਲ ਤਾਂ ਬੰਦ ਕਰਤੇ ਠੇਕੇ ਨਹੀਂ ਬੰਦ ਕਰੇ ਇਹ ਠੇਕੇ ਬੰਦ ਕਰਾਓ ਨਾ ਪ੍ਰੈਸ ਵੀ ਕਹੇ ਗੱਲ ਵੀ ਠੇਕੇ ਬੰਦ ਕਰ ਉਹਦਾ ਪੀ ਕੇ ਡੱਕ ਕੇ ਹੱਥ ਨੇ ਘਰ ਵਾਲੀਆਂ ਨਾਲ ਲੜਦੇ ਨੇ ਜਾ ਕੇ ਵੀ ਮਤਲਬ ਵੀ ਕਿਉਂ ਫਿਰ ਉਹ ਕਰੇਗਾ ਉਹ ਇੱਧਰ ਨੂੰ ਜਾਣਾ ਹੀ ਜਾਣਾ ਮੈਂ ਪਹਿਲਾਂ ਵੀ ਕਹਿਤਾ ਨਾ ਸਾਡਾ ਕੈਪਟਨ ਹੈ ਨਾ ਸਾਡਾ ਬਾਦਲ ਹੈ ਨਾ ਸੁਖਬੀਰ ਬਾਦਲ ਹੈ ਸਾਡਾ ਨਾ ਸਾਡਾ ਕੇਜਰੀਵਾਲ ਹੈ ਸਾਡੀ ਤਾਂ ਸਾਡੀ ਜਮਾਤ ਆ ਜਿਹੜੀ ਜਮਾਤ ਗੱਲ ਸਮਝੋ ਹੋਰ ਸਵਾਲ ਕਰੋ ਪਰ ਜੀ ਜਿਹੜਾ ਆਪਣਾ ਤੰਤਰ ਹੈ ਜੋ ਸਿਸਟਮ ਬਣਿਆ ਹੈ ਪੋਲਿਟਿਕਸ ਦਾ ਜੇ ਪੋਲਿਟਿਕਸ ਕੋਈ ਨਹੀਂ ਕਰਦਾ ਇੱਥੇ ਕੋਈ ਚੇਂਜ ਨਹੀਂ ਲਿਆ ਸਕਦਾ ਕਿਉਂਕਿ ਹੁਣ ਆਪਾਂ ਉਹਨਾਂ ਤੇ ਦਬਾਅ ਪਾ ਰਹੇ ਹਾਂ ਵੀ ਆਹ ਕਰੋ ਜੇ ਆਪਾਂ ਵੋਟਾਂ ਪਹਿਲਾਂ ਉਹਨਾਂ ਨੂੰ ਪਾਈਆਂ ਨੇ ਜੇ ਕਿਸਾਨ ਸਿਆਸਤ ਵੱਲ ਸਿੱਧੇ ਤੌਰ ਤੇ ਚੁੱਕਣਗੇ ਉਹਦਾ ਫਾਇਦਾ ਨਹੀਂ ਹੋ ਸਕਦਾ ਰੋਦੂ ਸਿੰਘ ਦਾ ਬਥੇਰਾ ਜੀ ਕਰਦੇ ਇੱਥੇ ਇਨਕਲਾਬ ਕਰ ਦਈਏ ਪਰ ਹਜੇ ਲੜਾਈ ਵੱਡੀ ਲੱਗੀ ਹੋਈ ਹੈ ਨਹੀਂ ਮੇਰੀ ਗੱਲ ਤਾਂ ਸੁਣੋ ਲੜਾਈ ਵੱਡੀ ਲੱਗੀ ਹੋਈ ਹੈ ਸਾਡਾ ਧਿਆਨ ਹਜੇ ਸਾਡੇ ਕਾਨੂੰਨਾਂ ਕਰਨੀ ਹੈ ਅਸੀਂ ਕੋਈ ਨਹੀਂ ਸੋਚਾਂਗੇ ਪੰਜਾਬ ਦੇ ਵਿੱਚ ਕੀ ਰਾਜਨੀਤੀ ਚੱਲਦੀ ਹੈ ਨਾ ਸੋਚਣਾ ਨਾ ਸੋਚੀਏ ਬਾਅਦ ਚ ਸੋਚ ਸਕਦੇ ਹੋ ਜੇ ਕੋਈ ਸਾਲ ਹੋਵੇ ਜੇ ਫਿਰ ਵਿਹਲੇ ਹੋ ਗਏ ਫਿਰ ਵਿਹਲੇ ਕਾਹਨੂੰ ਰਹਾਂਗੇ ਵੀ ਕੰਮ ਤਾਂ ਕਰਾਂਗੇ ਹੀ 22 ਜਨਵਰੀ ਤੋਂ ਬਾਅਦ ਕੋਈ ਸਰਕਾਰ ਨਾਲ ਮੀਟਿੰਗ ਨਹੀਂ ਹੋਈਗੀ ਇੱਕ ਪ੍ਰਪੋਜ਼ਲ ਤੁਹਾਨੂੰ 20 ਜਨਵਰੀ ਨੂੰ ਮੀਟਿੰਗ ਵਿੱਚ ਦਿੱਤੀ ਗਈ ਸੀਗੀ ਤਾਂ ਉਸ ਪ੍ਰਪੋਜ਼ਲ ਤੇ ਰੀਕਨਸੀਡਰ ਕੀਤਾ ਜਾ ਰਿਹਾ ਹੈ ਜਾਂ ਵਿਚਾਰ ਹੋ ਰਹੀ ਹੈ ਜਾਂ ਮੂਲ ਦੀ ਰੱਦ ਕੀਤੀ ਗਈ ਜੀ ਹੁਣ ਰਸਤਾ ਅੱਗੇ ਨਿਕਲੇਗਾ ਕਿਵੇਂ ਰਸਤਾ ਖੋਲੇਗਾ ਕੌਣ ਸਰਕਾਰ ਖੋਲੇਗੀ ਤੁਸੀਂ ਖੋਲੋਗੇ ਡੈਡਲੌਕ ਤੋਂ ਡਾਇਲੌਗ ਵਾਲਾ ਗੱਲ ਬਣੇਗੀ ਕਿਵੇਂ ਰਸਤਾ ਦੋ ਤਰ੍ਹਾਂ ਨਾਲ ਨਿਕਲਦਾ ਹੁੰਦਾ ਇੱਕ ਤਾਂ ਸਰਕਾਰ ਕੱਢਦੀ ਹੁੰਦੀ ਹੈ ਇੱਕ ਕੋਈ ਬਾਹਲੇ ਪਤਵੰਤੇ ਸੱਜਣ ਉਹ ਵਿਚਾਲੇ ਵਿਚੋਲੇ ਪੈ ਜਾਣ ਵੀ ਯਾਰ ਮੈਂ ਕਰਾਉਣਾ ਤੁਹਾਡਾ ਰਾਜੀ ਬੰਦਾ ਉਦੋਂ ਹੁੰਦਾ ਜਦੋਂ ਕੋਈ ਧਿਰ ਪਿੱਛੇ ਹਟਣ ਨੂੰ ਹੋਵੇ ਵੀ ਜ਼ਮੀਨ ਦਾ ਰੌਲਾ ਯਾਰ ਤੁਹਾਡਾ 2 ਕਿੱਲਿਆਂ ਦਾ ਰੌਲਾ ਹੈ ਕਿੱਲਾ ਤੂੰ ਲੈ ਲੈ ਕਿੱਲਾ ਫੇਰ ਹੈ ਇਹ ਤਾਂ ਅਸੀਂ ਦੋਨੇ ਤਰ੍ਹਾਂ ਪਿੱਛੇ ਹਟਣ ਨੂੰ ਤਿਆਰ ਨਹੀਂ ਸੂਤ ਅਸੀਂ ਨਹੀਂ ਪਿੱਛੇ ਹਟਣਾ ਵੀ ਤਿੰਨੇ ਕਾਨੂੰਨ ਰੱਦ ਕਰੋ ਫਿਰ ਜੇ ਅਸੀਂ ਪਿੱਛੇ ਹਟਾਂਗੇ ਮੇਰੀ ਸਮਝ ਮੁਤਾਬਕ ਫਿਰ ਤਾਂ ਸਰਕਾਰ ਨੇ ਸਾਨੂੰ 15 ਦਿਨਾਂ ਬਾਅਦ ਹੀ ਕਹਿਤਾ ਸੀ ਫਿਰ ਅਸੀਂ ਅਰਬਾਂ ਰੁਪਈਆ ਕਿਸਾਨਾਂ ਦਾ ਕਿਉਂ ਖਰਚ ਕਰਾਇਆ ਜੇ ਅਸੀਂ ਪਿੱਛੇ ਹਟਾਂਗੇ ਤੇ ਨਾ ਸਰਕਾਰ ਪਿੱਛੇ ਹਟੇ ਤੇ ਨਾ ਅਸੀਂ ਪਿੱਛੇ ਹਟੀਏ ਇਹ ਤਾਂ ਜੱਟ ਦੀ ਕਹਾਵਤ ਆ ਕੁੰਡੀਆਂ ਤੇ ਸਿੰਗਾੜ ਕੇ ਜਿੱਤੂ ਬੜੇ ਮੇ ਖਾਣੇ ਕੀ ਬਣਨਾ ਕੇਂਦਰ ਸਰਕਾਰ ਕਹਿ ਰਹੀ ਹੈ ਕਿਸਾਨਾਂ ਦੇ ਖਾਤਿਆਂ 'ਚ ਸਿੱਧੀ ਅਦਾਇਗੀ ਪਾਵਾਂਗੇ ਅਸੀਂ ਪੈਸੇ ਸਿੱਧੇ ਖਾਤਿਆਂ 'ਚ ਆਉਣਗੇ ਆੜ੍ਹਤੀਆਂ ਦਾ ਜਿਹੜਾ ਰੋਲ ਹੈ ਉਹ ਖਤਮ ਕਰਨ ਜਾ ਰਹੇ ਹੋ। ਤੁਸੀਂ ਇਸ ਦੇ ਹੱਕ ਦੇ ਵਿੱਚ ਹੋ ਜਾਂ ਇਸ ਦੇ ਵਿਰੋਧ ਦੇ ਵਿੱਚ? ਨਹੀਂ ਅਸੀਂ ਕਹਿੰਦੇ ਆੜ੍ਹਤੀਆਂ ਦੇ ਖਾਤੇ ਜਾਣੇ ਚਾਹੀਦੇ ਕੋਈ ਸਮਾਂ ਦੀ ਸਾਡਾ ਲੜਾਈ ਹੈਗਾ ਤੀ ਮੇਰੀ ਗੱਲ ਸੁਣੋ ਹੁਣ ਅਸੀਂ ਆੜ੍ਹਤੀਆ ਹੋਵੇ ਕੋਈ ਹੋਵੇ ਜੇ ਕਿਤੇ ਸਾਡਾ ਕਿਤੇ ਰੌਲਾ ਪੈਂਦਾ ਅਸੀਂ ਬਹਿ ਕੇ ਨਿਬੇੜਦੇ ਮੈਂ ਖੁਦ ਆਪ ਜਾਂਦਾ ਜੇ ਕਿਤੇ ਕਿਸਾਨ ਦਾ ਕੋਈ ਹੋ ਜੇ ਅਸੀਂ ਕਹਿੰਦੇ ਹਾਂ ਆੜ੍ਹਤੀਆਂ ਦੇ ਖਾਤੇ 'ਚ ਪੈਸੇ ਜਾਣ ਸਾਡੇ ਕਿਧਰੇ ਨਹੀਂ ਜਾਂਦੇ ਆੜ੍ਹਤੀਆ ਸਾਡੀ ਬੈਂਕ ਹੈ ਫੋਨ ਕਰ ਦਈਏ ਮਤਲਬ ਪੈਸੇ ਲੈ ਕੇ ਪਹਿਲਾਂ ਖੜਾ ਹੁੰਦਾ ਉੱਥੇ ਪਰ ਰੁਦੂ ਸਿੰਘ ਜੀ ਇਹ ਮੰਨਿਆ ਜਾਂਦਾ ਕਿ ਆੜ੍ਹਤੀ ਕੋਲ ਜਿਹੜਾ ਕਿਸਾਨ ਕਰਜ਼ਾ ਲੈਂਦਾ ਸੀਗਾ ਉਹ ਸਾਰੀ ਉਮਰ ਕਰਜ਼ਾ ਉਤਰਦਾ ਨਹੀਂ ਸੀਗਾ ਤੇ ਖੁਦਕੁਸ਼ੀ ਵੀ ਆੜ੍ਹਤੀ ਕਰਕੇ ਕਿਸਾਨ ਕਰਦਾ ਸੀ ਤੇ ਆੜ੍ਹਤੀ ਉੱਤੇ ਇਲਜ਼ਾਮ ਵੀ ਵੱਡੇ ਲੱਗਦੇ ਰਹੇ ਹੁਣ ਤੱਕ ਸਭ ਨੂੰ ਪਤਾ ਹੈ ਤੇ ਅੱਜ ਆੜ੍ਹਤੀਆਂ ਸਾਫ਼ ਸੁਥਰਾ ਕਿਵੇਂ ਹੋ ਰੁਦੂ ਸਿੰਘ ਆਪ ਆੜ੍ਹਤੀਆਂ ਦਾ ਵਿਰੋਧੀ ਰਿਹਾ ਵੱਡੀ ਪੱਧਰ ਤੇ ਜੇ ਮੈਂ ਗੱਲ ਕਰ ਲਾਂ ਪੰਜਾਬ ਦੇ ਵਿੱਚ ਪਰ ਜਦੋਂ ਲੜਾਈ ਵੱਡੇ ਦੁਸ਼ਮਣ ਨਾਲ ਹੋ ਜੇ ਫਿਰ ਦੂਜਿਆਂ ਨੂੰ ਭਾਈ ਬਣਾਉਣਾ ਪੈਂਦਾ ਹੈਗਾ ਤਾਂ ਦੇਸ਼ ਦੂਜੇ ਸੋਚ ਲਾਉਂਦੇ ਨੇ ਸਾਰੀ ਗੱਲ ਸਾਡਾ ਕਰਜ਼ਾ ਠੀਕ ਹੈ ਸਾਨੂੰ ਆੜ੍ਹਤੀਆਂ ਨੇ ਕਲਮਾਂ ਵੱਧ ਘੱਟ ਲਈਆਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਰੁਦੂ ਸਿੰਘ ਆਪ ਲੜਿਆ ਪਰ ਸਾਡਾ ਕਰਜ਼ਾ ਸਾਡੇ ਸਿਰ ਐਂ ਵੀ ਆੜ੍ਹਤੀਆਂ ਨੇ ਚੜ੍ਹਾਤਾ ਜਿਹੜੀ ਚੀਜ਼ ਅਸੀਂ ਪੈਦਾ ਕਰੀ ਹੈ 1967 ਤੋਂ ਲੈ ਕੇ ਉਹਦਾ ਰੇਟ ਵਧਿਆ 19% ਜਿਹੜੀ ਉਹਨੂੰ ਪੈਦਾ ਕਰਨ ਵਾਸਤੇ ਖਰੀਦਿਆ ਟਰੈਕਟਰ ਤੇਲ ਰੇ ਉਹ ਵਧਿਆ 300% 170% ਅਫਸਰਾਂ ਦੀ ਮੁਲਾਜ਼ਮਾਂ ਦੀ ਤਨਖਾਹ ਵਧੀ ਹੈ 65% ਮਜ਼ਦੂਰੀ ਵਧੀ ਹੈ ਸਾਡੀ ਫਸਲ ਦਾ ਰੇਟ ਤੁਸੀਂ 65% ਵਧਾ ਦਿਓ ਤੇ ਮੇਰਾ ਖਿਆਲ ਅਸੀਂ ਥੋੜਾ ਜਿਹਾ ਸਾਹ ਸੌਖਾ ਆ ਤੇ ਜੇ ਸਾਡੀ ਜਿਸ ਦਾ ਰੇਟ ਅਫਸਰਾਂ ਨਾਲ ਰਲਾ ਦੇਣ ਫਿਰ ਸਾਡੇ ਸਿਰ ਪੈਸੇ ਨਹੀਂ ਹੋਣੇ ਤੇ ਜੇ ਉਹਦੇ ਨਾਲ ਰਲਾ ਦੇਣ 300% ਨਾਲ ਫਿਰ ਸਰਕਾਰ ਪੈਸੇ ਸਾਥੋਂ ਲੈ ਕੇ ਜਾਊਗੀ ਕੱਲਾ ਆੜ੍ਹਤੀਆਂ ਨੂੰ ਦੋਸ਼ ਨਾ ਦਿਓ ਵੀ ਸਾਡੇ ਆੜ੍ਹਤੀਆਂ ਸਾਡੇ ਸਿਰ ਕਰਜ਼ਾ ਚੜਾਇਆ ਸਾਡੇ ਤੇ ਕਰਜ਼ਾ ਨੀਤੀਆਂ ਨੇ ਚੜਾਇਆ ਹੈਗਾ ਮਾੜੀਆਂ ਨੀਤੀਆਂ ਨੇ ਇਹ ਮੈਂ ਸਿੱਧ ਵੀ ਕਰਨਾ ਤੇ ਇੰਦਰਾ ਗਾਂਧੀ ਵੇਲੇ ਸ਼ੁਰੂ ਤੋਂ ਹੋਈ ਸੀ ਗੱਲ
ਇੰਦਰਾ ਗਾਂਧੀ ਨੇ ਆਪਦੀ ਮੀਟਿੰਗ ਸੱਦੀ ਵੀ ਦੇਸ਼ ਦੇ ਵਿੱਚ ਕਾਰਖਾਨੇ ਦਾ ਵਿਕਾਸ ਕਰਨਾ ਵਾ, ਲੰਮੀ ਨਹੀਂ ਜਾਣੀ ਗੱਲ। ਉਹਨਾਂ ਨੇ ਇੱਕ ਕਹਿਤਾ ਵੀ ਕਿਸਾਨ ਜਿਹੜੀ ਜਿੰਸ ਪੈਦਾ ਕਰਦਾ ਹੈਗਾ, ਇੰਦਰਾ ਗਾਂਧੀ ਨੂੰ ਖੜ ਕੇ ਉਹਦਾ ਰੇਟ ਨਾ ਵਧਾ। ਉਹਨੇ ਨਾਲ ਦੀ ਨਾਲ ਕਿਹਾ ਵੀ ਕਿਸਾਨ ਬਗਾਵਤ ਕਰ ਜਾਣਗੇ। ਉਹ ਕਹਿੰਦੇ ਇਹਨੂੰ ਕਰਜ਼ਾ ਦੇਣਾ ਸ਼ੁਰੂ ਕਰ ਦੇ, ਫਿਰ ਕਿਸਾਨ ਝਾਕਦਾ ਨਹੀਂ। ਫਿਰ ਅਸੀਂ ਟਰੈਕਟਰ ਲਿਆਓ ਵੀ ਕਰਜ਼ੇ ਤੇ, ਮੋਟਰ ਲਾਈ ਉਹ ਵੀ ਕਰਜ਼ੇ ਤੇ, ਇੱਥੋਂ ਤੱਕ ਸਪਰੇਅ ਢੋਲੀ ਦੀ ਉਹ ਵੀ ਕਰਜ਼ੇ ਤੇ। ਇੱਥੇ ਚੱਕ ਹੀ ਨਹੀਂ। ਸਾਨੂੰ ਤਾਂ ਉਦੋਂ ਪਤਾ ਲੱਗਿਆ ਸਾਡੇ ਸਿਰ ਕਰੋੜਾਂ ਰੁਪਈਆ ਜਦੋਂ ਕਰਜ਼ਾ ਸਾਡੇ ਸਿਰ ਹੋ ਗਿਆ, ਫਿਰ ਚੱਲਿਆਗਾ। ਕੱਲਾ ਅਸੀਂ ਆੜ੍ਹਤੀਆਂ ਨੂੰ ਦੋਸ਼ੀ ਨਹੀਂ ਕਰਦੇ। ਅੱਜ ਅਸੀਂ ਜ਼ਰੂਰ ਕਹਾਂਗੇ ਆੜ੍ਹਤੀਆਂ ਦੇ ਖਾਤੇ 'ਚ ਪੈਸੇ ਜਾਣ, ਅਸੀਂ ਆਪ 'ਚ ਨਹੀਂ ਲੜਨਾ। ਭਾਈ ਨੇ, ਠੀਕ ਹੈ ਨਾ ਗੱਲ। ਆੜ੍ਹਤੀ ਬਿਲਕੁਲ ਸਾਡੇ ਭਾਈ ਨੇ। ਉਹ ਸਾਡਾ ਲੱਖ ਭਾਈਆਂ ਦਾ ਰੌਲਾ ਪਿਆ, ਲੱਖ ਅਸੀਂ ਲੜਿਆ। ਅੱਜ ਮੈਂ ਫੇਰ ਕਹਿ ਕੇ ਜਾਣਾ, ਸਾਰੇ ਪੈਸੇ ਆੜ੍ਹਤੀਆਂ ਖਾਤੇ ਜਾਣ। ਤੁਹਾਡੇ ਇਸ ਫੈਸਲੇ ਨਾਲ ਕਿਸਾਨ ਵੀ ਖੜੇ ਹੋਣਗੇ ਤੁਹਾਡੇ ਨਾਲ? ਸਾਰਾ ਸੰਯੁਕਤ ਮੋਰਚਾ ਇਸ ਗੱਲ। ਤੁਸੀਂ ਕਿਹਾ ਕਿ ਨੌਜਵਾਨਾਂ ਨੇ ਬਹੁਤ ਵਧੀਆ ਕੱਲ ਸਟੇਜ ਪ੍ਰਾਈਜ਼ ਨੂੰ ਤੁਸੀਂ ਜਾ ਕੇ ਆਏ ਉੱਥੇ। ਨੌਜਵਾਨਾਂ ਦੀ ਹੋਰ ਮੰਗ ਦੇਖੀ ਹੈ ਲੱਖਾ ਸਦਾਨਾ ਨੂੰ ਲੈ ਕੇ। ਹਾਂ ਹੋ ਗਿਆ, ਸਕੂਲ ਕਹਿੰਦੇ ਨੇ ਕਿ ਉਹਨਾਂ ਨੂੰ ਹੋ ਗਿਆ। ਉਹ ਸਾਡਾ ਤੈਅ ਹੋ ਗਿਆ। ਲੱਖਾ ਸਦਾਨਾ ਸਟੇਜ ਤੇ ਬੋਲੂਗਾ। 32 ਜਥੇਬੰਦੀਆਂ ਦਾ ਹਿੱਸਾ ਨਹੀਂ ਹੋਊਗਾ। ਮੇਨ ਸਟੇਜ ਤੇ ਬੋਲੋ। ਹਾਂ ਮਿਹਨਤ ਸਾਜਨੀਆ ਸਟੇਜ। ਹਾਂ ਬੋਲੋ, ਹੋ ਗਿਆ ਤੈਅ, ਹੋ ਗਿਆ ਤੈਅ ਸਾਡਾ। ਕੱਲ ਬੁਲਾ ਰਹੇ ਹੋ? ਮੈਂ ਕਹਿੰਦਾ ਜਦੋਂ ਮਰਜ਼ੀ ਜਾਵੇ ਬੋਲੂਗਾ, ਕੋਈ ਦਿੱਕਤ ਨਹੀਂ। ਸਰਕਾਰ ਨੇ 1 ਲੱਖ ਦਾ ਇਨਾਮ ਰੱਖਿਆ ਹੋਇਆ ਜੀ। ਫਿਰ ਸਰਕਾਰ ਫੜ ਲੈ ਉਹਨੂੰ, ਲੱਖਾ ਹੋਰ ਲੈ ਲੂ ਜਿਹੜਾ ਕੋਲ ਬੈਠਾ ਹੋਊਗਾ। ਤੁਸੀਂ ਗੱਲ ਬਖਵੇਂ ਚ ਲੈ ਲਿਆ। ਸਾਡੀ ਸਟੇਜ ਤੋਂ ਕਿਹੜਾ ਮਾਈ ਦਾ ਲਾਲ ਫੜ ਲੂ? ਜੇ ਤਾਂ ਲੱਖਾ ਬਾਹਰ ਹੈ। ਦੇਖੋ ਮੇਰੀ ਗੱਲ ਸੁਣ ਲਓ। ਤੁਸੀਂ ਇੱਕ ਸੋਚ ਲਓ, ਮੇਰੀ ਗੱਡੀ ਲਾਲ ਕਿਲੇ ਤੇ ਬਣਾਤੀ। ਬਣਾਈ ਕਿਹਨੇ? ਮੋਦੀ, ਸ਼ਾਹ, ਗੁਜਰਾਤ, ਅਡਾਨੀ, ਬਾਨੀ ਗੁਜਰਾਤ, ਤੇ ਜਿਹੜੀ ਉਹ ਕਮੇਟੀ ਆਈ ਸਾਨੂੰ ਕਾਰ ਵਾਲੀ ਉਹ ਵੀ ਗੁਜਰਾਤ। ਹੁਣ ਲਾਵਲ ਮੇਰੇ ਪਰਚਾ ਤਾਂ ਦਰਜ ਹੋਇਆ ਨਾ। ਉਹ ਮੈਨੂੰ ਡਰਾਉਣਾ ਚਾਹੁੰਦੀ ਸੀ ਵੀ ਰੁੱਦੂ ਪੰਜਾਬ ਨਾ ਆਵੇ, ਰੁੱਦੂ ਰਾਜਸਥਾਨ ਨਾ ਜਾਵੇ। ਅਸੀਂ ਉਹਦੀ ਐਲਾਨ ਕਰਤਾ ਸੀ। ਮੈਂ ਕਿਹਾ ਮੈਂ ਜਾਊਂਗਾ ਜਿੱਥੇ ਮਰ। ਮੈਂ ਹੁਣ ਕਹਿੰਦਾ ਫੜ ਲਓ ਜਿੱਥੇ ਮਰ ਜਾ, ਆ ਬੈਠਾ ਫੜ ਲਈ ਪੁਲਿਸ। ਪਰ ਜਿਹੜੇ ਸ਼ਖਸ ਨੇ ਤੁਹਾਡੀ ਸਟੇਜ ਉੱਤੇ ਕਬਜ਼ਾ ਕੀਤਾ ਹੋਵੇ ਕਿਸਾਨ ਮੋਰਚੇ ਦੀ, ਅੱਜ ਉਸੇ ਨੂੰ ਤੁਸੀਂ ਸਟੇਜ ਉੱਤੇ ਬਿਠਾ ਰਹੇ ਹੋ। ਸਾਡੇ ਰਿਵਾਜ ਹੈ 20 ਬੰਦੇ ਮਾਰ ਕੇ 3 ਬੈਂਚ ਚੱਲ ਕੇ ਰਾਜੀ ਬੰਦਾ ਹੋ ਜਾਂਦਾ। ਇਹ ਤਾਂ ਸਟੇਜ ਹੈ, ਕਿੰਨੀ ਕੀ ਚੀਜ਼ ਹੈ। ਸਰਕਾਰ ਨੇ ਗਾਸੀਆ ਜੀ ਤੁਹਾਡੀ ਸਟੇਜ ਤੇ ਲੱਖੇ ਸਦਾਨੇ ਤੁਹਾਡੀ ਸਟੇਜ ਤੇ ਲੱਖੇ ਸਦਾਨੇ ਨੂੰ ਗਦਾਰ ਕਿਹਾ ਗਿਆ ਸੀ। ਜੇ ਲੱਖੇ ਨੂੰ ਇਜਾਜ਼ਤ ਮਿਲ ਸਕਦੀ ਹੈ ਕਿ ਦੀਪ ਸਿੱਧੂ ਨੂੰ ਵੀ ਆਗੇ ਦਿੱਤੀ ਜਾਏਗੀ? ਨਹੀਂ, ਕਿਉਂ? ਲੱਖਾ ਸਦਾਨਾ ਇੱਕ ਹੋਰ ਵਿਅਕਤੀ ਹੈ। ਉਹ ਜਦੋਂ ਮਤਲਬ ਚਾਹੇ ਆਪ 'ਚ ਵਿਰੋਧ ਹੋਵੇ, ਦੂਜੇ ਪਾਸੇ ਇਕੱਠੇ ਹੋ ਜਾਂਦੇ ਨੇ। ਦੀਪ ਨਾਲ ਲੱਖੇ ਸਦਾਨੇ ਦਾ ਕੋਈ ਸਿਧਾਂਤ ਨਹੀਂ ਰਲਦਾ, ਕੋਈ ਰਾਏ ਨਹੀਂ ਰਲਦੀ। ਉਹ ਥੋੜਾ ਜਿਹਾ ਇਕੱਠੇ ਹੋ ਗਏ ਜੇ ਵੀ ਯਾਰ ਇਹ ਬੁੜਿਆਂ ਜਿਹਾ ਤੋਂ ਤੋਲਣ ਨਹੀਂ ਚੱਲਦਾ, ਸਾਰੇ ਰਲ ਗਏ। ਉਹ ਇੰਨਾ ਰਾਜਨੀਤਿਕ ਨਹੀਂ ਸੀਗਾ। ਸਦਾਨੇ ਨੂੰ ਪੁੱਠੀ ਪਈ ਹੈ ਗੱਲ। ਉਹਦਾ ਤੁਸੀਂ ਹੱਕ ਦੇ ਵਿੱਚੋਂ ਦੀਪ ਸਿੱਧੂ ਨੂੰ ਜੇਲ੍ਹ ਚੋਂ ਬਾਹਰ ਕਢਾਉਂਦੇ? ਯਾਰ ਉਹ ਸਰਕਾਰ ਦੀ ਮਰਜ਼ੀ ਹੈ, ਮੇਰੇ ਛੱਡੇ ਨਾ ਛੱਡੇ ਉਹਦੇ ਬਾਰੇ ਮੈਂ ਗੱਲ ਨਾ ਕਰਾਂ। ਦੂਜਿਆਂ ਦੀ ਰਿਹਾਈ ਲਈ ਤੁਸੀਂ ਮੋਰਚਾ ਨਹੀਂ, ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ। ਸਰ 2 ਸਟੇਜਾਂ ਲੱਗੀਆਂ ਹੋਈਆਂ ਜੀ। ਤੁਸੀਂ ਅੱਜ ਆਪਣੇ ਸਪੀਚ ਦੇ ਵਿੱਚ ਗੱਲ ਕੀਤੀ ਹੈ ਕਿ ਪਿਛਲੀ ਸਟੇਜ ਤੇ ਆਰਐਸਐਸ ਨੇ ਹਮਲਾ ਕੀਤਾ। ਜਿਸ ਸਮੇਂ ਉਹ ਹਮਲਾ ਹੋਇਆ ਸੀ ਪੂਰਾ ਵੀਡੀਓ ਉੱਥੇ ਸੀ। ਉਸੇ ਸਮੇਂ ਤੁਹਾਡੀ ਸਟੇਜ ਤੋਂ ਬੋਲਿਆ ਜਾਏ ਸੀ ਕਿ ਕੋਈ ਵੀ ਵਿਅਕਤੀ ਮਗਰ ਨਹੀਂ ਜਾਏਗਾ। ਅੱਛਾ, ਇੱਕ ਲੜਾਈ ਹੁੰਦੀ ਹੈ। ਇੱਕ ਤਾਂ ਬੰਦਾ ਇਸ ਤਰ੍ਹਾਂ ਲੜਕਣਾ ਮਾਰਦਾ ਛਡਾਉਣ ਵਾਸਤੇ ਵੀ ਹੋ ਜੋ ਤਕੜੇ ਸੀ ਆ ਗਏ। ਉੱਥੇ ਹੋ ਜੋ ਤਕੜੇ ਵਾਲੀ ਨਹੀਂ ਹੈਗੇ ਸੀ। ਉਹ ਤਾਂ ਆ ਗਏ ਬਾਈ ਚਾਂਸ 5-7 ਹਜ਼ਾਰ ਸਾਡੀ ਨੌਜਵਾਨੀ ਵਗ ਜਾਂਦੀ, ਉੱਥੇ ਘਾਣ ਹੋ ਜਾਂਦਾ। ਕੋਈ ਐ ਨਹੀਂ ਵੀ ਅਸੀਂ ਕੋਈ ਉਹਨਾਂ ਦੇ ਵਿਰੋਧੀ ਸੀਗੇ। ਉਸ ਰੌਲਾ ਤਾਂ ਪੰਦੇਰ ਕਰਕੇ ਸੀ ਨਾ ਸਰ। ਹੈ ਰੌਲਾ ਮੈਨੂੰ ਲੱਗਦਾ ਪੰਦੇਰ ਕਰਕੇ। ਨਹੀਂ ਰਾਜਾ ਸਾਹਿਬ 30 ਜਨਵਰੀ ਨੂੰ ਇੱਕ ਪੀਸੀ ਕਰਦੇ ਨੇ, ਤੁਸੀਂ ਸਾਰੇ ਉਹ ਪੀਸੀ ਵਿੱਚ ਹਾਜ਼ਰ ਸੀ। ਰਾਜੇਵਾਲ ਸਾਹਿਬ ਸਪੈਸ਼ਲ ਕਹਿੰਦੇ ਨੇ ਕਿ ਪਿਛਲੀ ਜਿਹੜੀ ਸਟੇਜ ਤੇ ਜੋ ਕੁਝ ਹੁੰਦਾ ਸਾਡਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ। ਉੱਥੇ ਕੋਈ ਬੰਦਾ ਆ ਕੇ ਮਾਰ ਕੇ ਚਲਾ ਜਾਵੇ, ਅਸੀਂ ਨਾ ਅੱਜ ਜਾਗੇ ਨਾ ਕੱਲ ਜਾਗੇ, ਸਾਡਾ ਉਹਨਾਂ ਨਾਲ ਕੋਈ ਮਤਲਬ ਹੀ ਨਹੀਂਗਾ। ਕਿਉਂਕਿ ਕਿਸਾਨੀ ਸੰਘਰਸ਼ ਉਹ ਵੀ ਹੱਕਾਂ ਲਈ ਲੜਦੇ, ਤੁਸੀਂ ਵੀ ਲੜਦੇ। ਉੱਥੇ ਕੋਈ ਬੰਦਾ ਮਾਰ ਕੇ ਚਲਾ ਜਾਵੇ, ਤੁਹਾਨੂੰ ਕੋਈ ਅਸਰ ਨਹੀਂ ਪੈਣ ਵਾਲਾ ਬੰਦੀ ਜਥੇਬੰਦੀਆਂ ਨੂੰ। ਦੇਖ ਮੇਰੀ ਗੱਲ ਸੁਣੋ, ਸ਼ਾਇਦ ਰਾਜਾ ਤਾਂ ਰਾਜੇ ਵਾਲਾ ਦੀ ਗੱਲ ਦਾ ਜਵਾਬ ਦੇ ਸਕਦਾ। ਜਦੋਂ ਇੱਕ ਲਿਸਟੀ ਹੋ ਰਹੀ ਹੈ ਸੰਯੁਕਤ ਕਿਸਾਨ ਮੋਰਚੇ ਦੀ, ਤਾਂ ਉੱਥੇ ਰਾਜੇਵਾਲ ਨਹੀਂ ਬੋਲ ਰਿਹਾ, ਉੱਥੇ 32 ਕਿਸਾਨ ਜਥੇਬੰਦੀਆਂ ਬੋਲ ਰਹੀਆਂ। ਤਾਂ ਜੇਕਰ ਉਸ 32 ਕਿਸਾਨ ਜਥੇਬੰਦੀਆਂ ਦੀ ਪੀਸੀ ਚੋਂ ਇਹ ਫੈਸਲਾ ਹੁੰਦਾ ਤਾਂ ਇਟ ਮੀਨਸ ਰਾਜੇਵਾਲ ਦਾ ਨਹੀਂ 32 ਕਿਸਾਨ ਜਥੇਬੰਦੀਆਂ ਦਾ ਫੈਸਲਾ ਹੈ। ਨਹੀਂ ਮੈਂ ਕਹਿੰਦਾ ਵੈਸੇ ਕੋਈ ਮੇਰੀ ਗੱਲ ਸੁਣੋ, ਇਹ ਫੈਸਲਾ ਜਿਹੜੀ ਸਾਡੀ ਅੰਦਰ ਮੀਟਿੰਗ ਹੈ ਨਹੀਂ ਹੋਈ। ਜੇ ਰਾਜਾ ਉੱਥੇ ਬੋਲ ਗਿਆ, ਫਿਰ ਮੇਰੀ ਇੱਕ ਬੇਨਤੀ ਸੁਣ ਲਓ। ਅੰਦਰ ਜਿਹੜੀ ਮੀਟਿੰਗ ਹੋਈ ਹੈ ਤਾਂ ਰੂਦੂ ਸਿੰਘ ਹਰ ਕਮੇਟੀ ਦੇ ਵਿੱਚ ਹੈ। ਇਹੋ ਜਿਹਾ ਕੋਈ ਫੈਸਲਾ ਨਹੀਂ ਹੋਇਆ ਵੀ ਉੱਥੇ ਬੰਦਾ ਕੋਈ ਮਾਰ ਜੇ। ਤੁਸੀਂ ਉਸ ਪੀਸੀ ਦਾ ਹਿੱਸਾ ਸੀ, ਉਸ ਦਿਨ ਪੀਸੀ ਵਿੱਚ ਤੁਸੀਂ ਵੀ ਸੀ, ਨਹੀਂ ਪ੍ਰਵੰਤ ਸਿੰਘ ਸੰਧੂ ਵੀ ਸੀ। ਤੁਸੀਂ ਮੇਰੀ 5-7 ਲੀਡਰ ਬੋਲਦੇ ਨੇ, ਕੋਈ ਲੀਡਰ ਉੱਥੇ ਬਿਨਾਂ ਰਾਏ ਕਰੇ ਮਤਲਬ ਗੱਲ ਬੋਲ ਜੇ, ਉਹਨੂੰ ਬਹੁਤਾ ਨਹੀਂ ਸੱਚਾਈ ਦੀ। ਜਿਹੜਾ ਅੰਦਰ ਪਾਸ ਹੁੰਦੀ ਹੈ ਉਸ ਨੂੰ ਸੱਚਾਈ ਹੁੰਦੀ ਹੈ। ਹੁਣ ਲੜ ਰਿਹਾ ਧਨੇਰ, ਉੱਥੇ ਕੋਈ ਨੁਕਸਾਨ ਕਰੂ,
ਮੈਂ ਤਾਂ ਸੀ ਮੈਂ ਤੁਸੀਂ ਮੇਰਾ ਖਿਆਲ ਪਹਿਲਾਂ ਸੁਣੀ ਨਹੀਂ ਮੇਰੀ ਕਦੇ। ਮੈਂ ਕਹਿਦੀ ਵੀ ਜੇ ਗਰਾਹਾਂ ਦੇ ਕੰਡਾ ਵੱਜੂਗਾ ਤਾਂ ਅਸੀਂ ਜਾਵਾਂਗੇ, ਮੇਰਾ ਕਿਹਾ ਹੋਇਆ ਪਹਿਲਾਂ ਹੀ, ਕਿਸੇ ਦੇ ਵੀ ਹੈ। ਅਸੀਂ ਜਿਹੜੀਆਂ ਸਟੇਜਾਂ ਉੱਥੇ ਚੱਲ ਰਹੀਆਂ ਕਿਸੇ ਦੇ ਹਮਲਾ ਹੋਊਗਾ ਸਾਡਾ ਉਹ ਆਟੋਮੈਟਿਕ ਵਿਰੋਧ ਕਰਨਾ ਹੱਕ ਬਣਦਾ ਜੀ। ਅੱਧਾ ਕੁ ਤਾਂ ਉਹਨਾਂ ਨੂੰ ਕਰ ਹੀ ਲਿਆ ਸੀ, ਨਹੀਂ ਅੱਧਾ ਤਾਂ ਕਰ ਹੀ ਲਿਆ ਸੀ। ਸਾਡੇ ਸੰਯੁਕਤ ਮੋਰਚੇ 'ਚੋਂ ਬੈਠਣ ਲੱਗੇ ਸੀ, ਦੱਸੋ ਕਿਹਨੇ ਵਿਰੋਧ ਕਰਿਆ? ਮੇਰੀ ਗੱਲ ਸਮਝ ਗਏ ਨਾ? ਹੈ ਜੀ ਲੱਖਾ ਸਧਾਣੇ ਨੂੰ ਬੋਲਣ ਦਾ 32 ਜਥੇਬੰਦੀਆਂ ਹਿੱਸਾ ਨਹੀਂ ਬਣੂਗਾ। ਮੇਰੀ ਗੱਲ ਸੁਣ, 32 ਜਥੇਬੰਦੀਆਂ ਹਿੱਸਾ ਸ਼ਾਇਦ ਨਾ ਜੋਗਿੰਦਰ ਗਰਾਹਾਂ ਬਣ ਸਕਦਾ ਤੇ ਨਾ ਮੂਰਲੇ ਬਣ ਸਕਦੇ ਨੇ ਜਾਂ ਤੁਸੀਂ ਨਾ ਲੈਂਦੇ ਹੋ। ਠੀਕ ਹੈ, ਜੇ ਕਿਸੇ ਤੇ ਹਮਲਾ ਹੁੰਦਾ ਤਾਂ ਜੇ ਗਵਾਂਢੀ ਤੇ ਹਮਲਾ ਸਾਨੂੰ ਵਿਰੋਧ ਮੇਰੀ ਰਾਏ ਵੀ ਕਰਨਾ ਚਾਹੀਦਾ ਵੀ ਨਹੀਂ ਹਮਲਾ ਹੋਣਾ ਚਾਹੀਦਾ। ਜੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਮੇਰੇ ਕੋਲ ਤਜਰਬਾ ਬਹੁਤ ਹੈ ਖੇਤੀ ਦਾ। ਕਹਿੰਦੇ ਮੈਨੂੰ ਜੱਸ ਦੇ ਵਿੱਚ ਵੀ ਮੇਰੇ ਕੋਲ ਐਗਰੀਕਲਚਰ ਡਿਪਾਰਟਮੈਂਟ ਸੀਗਾ, ਫਿਰ 5 ਸਾਲ ਜਦੋਂ ਬਣੇ ਉਦੋਂ ਵੀ ਐਗਰੀਕਲਚਰ ਡਿਪਾਰਟਮੈਂਟ ਸੀਗਾ, ਹੁਣ ਫਿਰ 4 ਸਾਲ ਹੋ ਗਏ ਕਹਿੰਦੇ ਮੈਨੂੰ ਐਗਰੀਕਲਚਰ ਡਿਪਾਰਟਮੈਂਟ। ਕਹਿੰਦੇ ਇਹ ਤਜਰਬਾ ਮੇਰਾ ਅੱਗੇ 2022 ਵਾਸਤੇ ਵੀ ਕੰਮ ਆਊਗਾ। ਕੀ ਲੱਗਦਾ ਇਹਨਾਂ ਪਿਛਲੇ ਸਾਲਾਂ ਦੇ ਵਿੱਚ ਇਹ ਤਜਰਬਾ ਕਿੰਨਾ ਕੁ ਕਿਸਾਨਾਂ ਦੇ ਵਾਸਤੇ ਲਾਹੇਵੰਦ ਹੈ? ਇੱਕ ਇਹਦੇ ਨਾਲ ਹੀ ਜਿਹੜਾ ਉਸ ਵਾਲਾ ਕੈਪਟਨ ਨੇ ਕਿਹਾ ਕਿ ਪਾਕਿਸਤਾਨ ਮਾਹੌਲ ਖਰਾਬ ਕਰ ਸਕਦਾ ਕਿਸਾਨੀ ਅੰਦੋਲਨ ਕਾਰਨ, ਜਿਸ ਕਾਰਨ ਕਿਸਾਨ ਅੰਦੋਲਨ ਦਾ ਹੱਲ ਕਰਨਾ ਚਾਹੀਦਾ, ਤਿੰਨ ਕਾਨੂੰਨ ਨੂੰ ਰੱਦ ਕਰ ਦੇਣੇ ਚਾਹੀਦੇ। ਰੋਲਾ ਖੜਾ ਕਰਦੇ ਨੇ ਲੜਾਈ ਦਾ ਪਾਕਿਸਤਾਨ ਨਾਲ। ਮੇਰਾ ਖਿਆਲ ਹੈ ਖੇਤੀ ਦਾ ਤਜਰਬਾ ਤਾਂ ਨਹੀਂ ਹੈਗਾ ਕੈਪਟਨ ਨੂੰ, ਕਿ ਉਹਨਾਂ ਨੇ 7 ਪੀੜ੍ਹੀਆਂ ਤੋਂ ਰਾਜ ਕਰਿਆ, ਰਾਜ ਕਰਨ ਦਾ ਤਜਰਬਾ ਹੋ ਸਕਦਾ। ਮਤਲਬ ਖੇਤੀ ਦਾ ਮੈਂ ਤਾਂ ਨਹੀਂ ਮੰਨਦਾ ਵੀ ਖੇਤੀ ਦਾ ਤਜਰਬਾ ਹੋਊਗਾ। ਫਿਰ ਆਪਾਂ ਪੁੱਛ ਲੈਂਦੇ ਹਾਂ ਜਾ ਕੇ ਵੀ ਬਾਜਰੇ ਦਾ ਬੀਜ ਕਿੰਨਾ ਪੈਂਦਾ, ਸਰੋਂ ਦਾ ਕਿੰਨਾ ਪੈਂਦਾ, ਕਣਕ ਦਾ ਕਿੰਨਾ ਪੈਂਦਾ। ਤੂੰ ਮੈਂ ਨਾ ਜਾਊਂ, ਤੁਸੀਂ ਸਵਾਲ ਕਰ ਦਿਓ ਉਹਨੂੰ ਵੀ ਮਤਲਬ ਦੱਸ ਦਿਓ ਜੀ ਮਾੜਾ ਜਿਹਾ ਵੀ ਕਿੰਨਾ ਪੈਂਦਾ। ਮੇਰੇ ਹਿਸਾਬ ਸਦਾ ਦਾ ਤਜਰਬਾ ਬੰਦੇ ਨੂੰ ਹੁੰਦਾ, ਕੋਈ ਪੀੜ੍ਹੀ ਹਰ ਪੀੜ੍ਹੀ ਕਿਸਾਨ ਦਾ ਪੁੱਤ ਕਿਸਾਨ, ਇਹ ਤਜਰਬੇ ਤਾਂ ਹੁੰਦੇ ਨੇਗੇ। ਇਹ ਮੈਂ ਨਹੀਂ ਕਹਿੰਦਾ ਜੇ ਉਹਨੇ ਇੰਨੀ ਗੱਲ ਕਹਿਤੀ ਵੀ ਮੇਰੇ ਕੋਲੇ ਤਜਰਬਾ ਗਾ ਵੀ ਖੇਤੀ ਕਰਨ ਦਾ, ਮੈਂ ਹਲਕੇ ਹੋ ਲਿਆਂਦਾ 2 ਬਲਦ ਨੇ, ਮੈਨੂੰ 45 ਪਾ ਕੇ ਦਿਖਾ ਦਿਓ। ਹਾਂ ਨਾਲੇ ਜਿਸ ਤਰ੍ਹਾਂ ਰਾਜ ਵੀ ਕਰਦੇ ਰਹੇ ਨੇ ਕਿਸਾਨ ਤਾਂ ਮਰਦਾ ਹੀ ਰਿਹਾ ਉਸ ਦੌਰਾਨ। ਵਿਚੋਲਗੀ ਕਹਿੰਦਾ ਮੈਂ ਕਰ ਸਕਦਾ ਕਿਸਾਨਾਂ ਦੇ ਨਾਲ। ਦੇਖੋ ਅੱਜ ਤੱਕ ਅਸੀਂ ਵਿਚੋਲਾ ਕੋਈ ਸਿਆਸੀ ਨਹੀਂ ਪੈਣ ਦਿੱਤਾ, ਕੋਈ ਸਾਧ ਨਹੀਂ ਪੈਣ ਦਿੱਤਾ। ਮੈਂ ਤੁਹਾਨੂੰ ਕਹਿ ਤਾਂ ਦਿੱਤਾ ਸ਼ਾਮ ਤਾਂ ਫੇਰ ਹੀ ਪਊ ਨਾ, ਜੇ ਸ਼ਗਨ ਸਿਰੇ ਚੜੂਗਾ, ਵਿਆਹ ਸਿਰੇ ਚੜੂਗਾ। ਉਹ ਕਹਿੰਦਾ ਮੈਂ ਰਿਸ਼ਤਾ ਕਰਨਾ ਨਹੀਂ, ਦੂਜਾ ਕਹਿੰਦਾ ਮੈਂ ਰਿਸ਼ਤਾ ਲੈਣਾ ਨਹੀਂ। ਮੱਲੋ ਮੱਲੀ ਕਿਵੇਂ ਸ਼ਾਮ ਪਈ ਜੂਗੀ ਲੈਂਦੇ ਨੇ, ਅਸੀਂ ਪਿੱਛੇ ਹਟਣਾ ਨਹੀਂ। ਮੇਰੀ ਗੱਲ ਸੁਣੋ ਨਾ, ਸਰਕਾਰ ਪਿੱਛੇ ਹਟਦੀ ਹੈ, ਵਿਚੋਲਾ ਉੱਥੇ ਕੀ ਕਰ ਲੂਗਾ? ਵਿਚੋਲਾ ਕੁਛ ਨਹੀਂ। ਮਾਨਸਾ ਸਾਹਿਬ ਐਕਸੀਅਨ ਨੇ ਲੈਟਰ ਜਾਰੀ ਕੀਤਾ ਸਾਰੇ ਸੂਬਿਆਂ ਨੂੰ ਆਉਣ ਆਏ ਇਸ ਖਰੀਦ ਦੇ ਸੰਬੰਧ ਵਿੱਚ ਜਿਹੜੀ ਨਵੀਂ ਹੈਗੀ ਕਣਕ ਦੀ 14 ਤੋਂ 12 ਤੱਕ ਦੀ ਥੋੜੀ ਡਿਮਾਂਡ 16 ਦੀ ਰਹੀ, ਔਰ ਜਿਹੜੀ ਐਵਰੇਜ ਜਿਹੜੀ ਹੁੰਦੀ ਹੈ 4 ਟਨ ਤੋਂ ਜਿਹੜੀ 100 ਦਾਣਾ ਚੁਣਦੇ ਆ ਤਾਂ 4 ਦਾਣੇ ਨਿਕਲ ਜਾਂ ਤੋਂ ਪੂਰੀ ਰਕਮ ਦੇ ਦਿੰਦੇ ਆ, ਉਹ 2% ਕਰ ਦਿੱਤੀ ਹੈ। ਫੌਗਿੰਗ ਜਿਹੜੀ ਹੈਗੀ ਆ ਤੇ ਪੂਰੀ ਸਰਕਾਰੀ ਦੇ ਵਿੱਚ ਆਉਂਦੇ ਆ, ਉਹ ਕਹਿੰਦੇ ਹੈਗੇ 0. ਪਹਿਲਾਂ 70 ਤੇ 0. ਮੈਂ ਸਮਝ ਗਿਆ ਤੁਹਾਡਾ ਸਵਾਲ, ਕੋਈ ਗੱਲ ਨਹੀਂ ਭਲਾ ਨੂੰ ਅਸੀਂ ਕੋਈ ਨੰਬਰ ਨਹੀਂ ਦੇਵਾਂਗੇ ਉਹਨੂੰ ਲਾ ਕੇ, ਠੀਕ ਹੈ ਨਾ ਗੱਲ। ਕੋਈ ਇਹਨੇ ਕਣਕ ਨਹੀਂ ਮੰਨਿਆ, ਫਿਰ ਮੈਨੂੰ ਟਕਾਇਤ ਵਾਲੀ ਗੱਲ ਕਹਿਣੀ ਪਊ। ਜਦੋਂ ਸਾਰੇ ਕਣਕ ਕਿਸਾਨਾਂ ਦੀ ਨਾ ਖਰੀਦੀ ਤੇ ਪਈ ਹੋਈ, ਫਿਰ ਕਹਿ ਦਾਂਗੇ ਦਿੱਲੀ ਟਰਾਲੀਆਂ ਭਰ ਲਿਓ, ਫਿਰ ਉੱਥੇ ਲੈ ਜਾਾਂਗੇ। ਹੋਰ ਕੀ ਹੈ? ਫਿਰ ਇਹ ਹੋਰ ਤਾਂ ਰਾਹ ਹੀ ਨਹੀਂ ਨਾ ਰਿਹਾ ਸਾਡੇ ਕੋਲੇ, ਕਣਕ ਸਾਡੀ ਖਰੀਦੀ ਨਹੀਂ। ਉਹਨੇ ਜਵਾਬ ਦਿੱਤਾ ਇਹ ਉਹ ਕੀ ਅਸੀਂ ਮਾੜਾ ਕੀ ਕਰਤਾ? ਜਿਹੜੀ ਇੰਦਰਾ ਗਾਂਧੀ ਆਪਣਾ ਲਾਲ ਬਹਾਦਰ ਸ਼ਾਸਤਰੀ ਜਿਹੜੇ ਨੇ ਕਿਹਾ ਤੇ ਇੱਕ ਦਿਨ ਵਰਤ ਰੱਖੋ, ਵਰਤਣਾ ਨਾ, ਫਿਰ ਨਾਅਰਾ ਲਾਇਆ ਨੌਜਵਾਨ ਕਿਸਾਨ, ਜੇ ਕਹਿ ਦਈਏ ਨੌਜਵਾਨ ਦਾ ਤੇ ਨੌਜਵਾਨ ਕਿਸਾਨ ਦਾ ਨਾਅਰਾ ਲਾਇਆ। ਜੇ ਅਸੀਂ ਨਿਰਭਰਤਾ ਕਰਤਾ ਹਰਿਆਣੇ ਤੇ ਅਸੀਂ ਮਾੜਾ ਕੀ ਕਰਤਾ? ਮੈਨੂੰ ਤਾਂ ਦੱਸ ਦਿਓ। ਠੇਡੇ ਮਾਰਦੇ ਨੇ ਸਾਡੇ ਨਾਜ ਨੂੰ। ਇਹਨਾਂ ਨੂੰ ਭੁਲੇਖਾ 1 ਅਰਬ 30 ਕਰੋੜ ਦੀ ਆਬਾਦੀ ਆ। ਜੇ ਥੋੜਾ ਜਿਹਾ ਕਿਸਾਨ ਨਾਜ ਤੋਂ ਪਿੱਛੇ ਹਟ ਗਿਆ, ਇਹਨਾਂ ਨੂੰ ਕੱਚਿਆਂ ਨੂੰ ਖਾ ਜਾਣਗੇ ਲੋਕ। ਇਹ ਭੁਲੇਖਾ ਇਹਨਾਂ ਨੂੰ ਪਤਾ, ਉਹਨੂੰ ਲੱਗਦਾ ਹੈ ਜਿਹਦੇ ਭੜੋਲੇ 'ਚੋਂ ਦਾਣੇ ਮੁੱਕੇ ਹੁੰਦੇ ਨੇ, ਉਹਨੂੰ ਪਤਾ ਹੁੰਦਾ, ਸਮਝਿਆ? ਇਹਨਾਂ ਦੀਆਂ ਉਹੀ ਗੱਲ ਹੈ ਆਪਦੀਆਂ ਚਾਲਾਂ 'ਚ। ਮੈਂ ਤਾਂ ਇੱਥੋਂ ਤੱਕ ਕਹੂੰਗਾ ਪੂੰਜੀਵਾਦ ਸਾਮਰਾਜਵਾਦ ਮੈਨੂੰ ਪਹਿਲਾਂ ਭੁਲੇਖਾ ਸੀ ਵੀ ਆਪਦੀ ਕਬਰ ਆਪੇ ਪੜਦਾ। ਇਹ ਆਪਦੀ ਕਬਰ ਆਪੇ ਪੱਟੀ ਜਾਂਦੇ ਨੇ, ਉਹਦੇ ਵਿੱਚ ਦੱਬੇ ਜਾਂਦੇ। ਗੁਰੂ ਸਿੰਘ ਜੀ, ਇੱਕ ਈਵੀਐਮ ਦਾ ਬੜਾ ਵੱਡਾ ਮਸਲਾ ਹੈਗਾ ਤੇ ਕਿਸਾਨੀ ਸਟੇਟ ਤੋਂ ਆਪਾਂ ਗੱਲ ਕਰੀਏ ਤੇ ਈਵੀਐਮ ਦੇ ਵਿਰੁੱਧ ਆਵਾਜ਼ ਉੱਠੀ ਹੈ। ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਚਰਚਾ ਹੈਗੀ ਹੈ ਕਿ ਈਵੀਐਮ ਦਾ ਬਦਲਾਅ ਹੋਣਾ ਚਾਹੀਦਾ। ਕੈਪਟਨ ਅਮਰਿੰਦਰ ਸਿੰਘ ਨੇ ਵੀ ਕਹਿਤਾ ਮੈਨੂੰ ਵੀ ਸਾਰੀ ਗੱਲ ਦੇਖੋ ਮੈਂ ਤੇ ਹਜੇ ਸਹਿਮਤ ਨਹੀਂ। ਦੇਖੋ ਅੱਡੋ ਅੱਡੀ ਬੰਦੇ ਵਿਚਾਰ ਨੇ। ਹੁਣ ਕਈ ਥਾਂ ਭਾਰਤੀ ਜਨਤਾ ਪਾਰਟੀ ਹਾਰ ਗਈ, ਦਿੱਲੀ 'ਚ ਹਾਰ ਗਈ, ਫਿਰ ਉੱਥੇ ਕਿਉਂ ਨਾ ਠੱਗੀ ਮਾਰੀ? ਸਟੇਟਾਂ ਦੇ ਮਸਲਾ ਨਹੀਂ, ਜਿਹੜੀ ਲੋਕ ਸਭਾ ਦੀ ਚੋਣਾਂ ਆਉਂਦੀਆਂ ਉਦੋਂ ਤਾਂ ਜਿੱਤਦੀ ਹੈ ਨਾ। ਨਹੀਂ, ਇਹ ਉਸ ਨਾਲ ਨਹੀਂ ਜਿੱਤੀ। ਮੇਰੀ ਇੱਕ ਬੇਨਤੀ ਸੁਣ ਲਓ, ਮੇਰੀ ਗੱਲ ਤਾਂ ਸੁਣੋ। ਧਾਰਮਿਕ ਮੁੱਦੇ ਤੇ 9 ਬੰਦੇ ਇਕੱਲੇ ਮਾਨ ਦੇ ਜਿੱਤ ਗਏ। ਮੋਦੀ ਨੇ ਧਾਰਮਿਕ ਮੁੱਦਾ ਬਾਰੇ, ਤੁਸੀਂ ਮੇਰੀ ਗੱਲ ਕੋਸ਼ਿਸ਼ ਕਰ ਲਓ। ਮਤਲਬ ਅੱਧੀ ਲੇਡੀ ਜੀ ਵੋਟ ਪਾਉਣ ਵਾਲੀ, ਉਹ ਉਸ ਚੱਕਰ 'ਚ ਆ ਗਈ ਵੀ ਸਾਡਾ ਮੰਦਿਰ ਬਣਾਤਾ ਜਾਂ ਬਣਾਤਾ ਜਾਂ ਉਹਦੀ ਨਿਊਜ਼ਰ ਰੱਖਦੀ।
ਧਾਰਮਿਕ ਦੇ ਨਾਂ ਤੇ ਮੁੱਦੇ ਤੇ ਨਾਂ ਤੇ ਵੋਟਾਂ ਮੋਦੀ ਨੇ ਲਈਆਂ, ਮੈਂ ਗਰੰਟੀ ਕਰਦਾ ਨਹੀਂ ਮਿਲਣੀਆਂ ਗਾਹਾਂ ਨੂੰ, ਸਵਾਲ ਹੀ ਨਹੀਂ ਪੈਦਾ ਹੁੰਦਾ। 5 ਸੂਬਿਆਂ ਦੇ ਚੋਣ ਨਤੀਜੇ ਤੁਹਾਡੇ ਮੁਤਾਬਕ ਨਹੀਂ ਆਉਂਦੇ, ਜੇ ਉੱਥੇ ਭਾਜਪਾ ਦੇ ਪੈਰ ਲੱਗ ਜਾਂਦੇ ਨੇ, ਫਿਰ ਵੀ ਤੁਸੀਂ ਇਸ ਬਿਆਨ ਤੇ ਕਾਇਮ ਰਹੋਗੇ ਕਿ ਈਵੀਐਮ ਦੇ ਨਾਲ ਨਹੀਂ ਜਿੱਤੇ? ਹਾਂ, ਮੈਂ ਰੂਦੂ ਸਿੰਘ, ਮੈਂ ਸੰਦੂਕ ਮੋਰਚੇ ਦੀ ਗੱਲ ਨਹੀਂ ਕਰਦਾ, ਮੈਂ ਕਾਇਮ ਰਹੂੰਗਾ ਵੀ ਕੋਈ ਉਹ ਮਸ਼ੀਨਾਂ ਮਨੁਸ਼ਿਆਂ ਦਾ ਫਰਕ ਨਹੀਂ ਹੈਗਾ। ਲੋਕਾਂ ਨੇ ਫੈਸਲਾ ਆਪਦੇ ਹਿਸਾਬ ਨਾਲ ਲਿਆ, ਉਹਨਾਂ ਦੀ ਮਰਜ਼ੀ ਹੈ। ਕਿਵੇਂ? ਘੱਟੋ ਘੱਟ ਆਪਾਂ ਬੰਗਾਲ ਦੀ ਗੱਲ ਕਰ ਲਈਏ, 30 ਸਾਲ ਕਾਮਰੇਡਾਂ ਦੀ ਸਰਕਾਰ ਰਹੀ, ਉਹ ਤੋਂ ਅੱਕ ਗਏ ਲੋਕ, ਚੱਕ ਕੇ ਬੀਬੀ ਕੀ ਆ ਉਹ ਬਣਾ ਮਮਤਾ ਬੈਨਰਜੀ ਬਣਾਤੀ। ਇਹਨੂੰ ਹੋ ਚੱਲੇ 10 ਸਾਲ ਹੁੰਦੇ ਆ, 10 ਤੋਂ ਵੱਧ ਹੋ ਗਏ ਨੇ, 10 ਹੋ ਗਏ। ਲੋਕ ਹਮੇਸ਼ਾ ਵਾਸਤੇ ਨਾ ਥੋੜਾ ਜਿਹਾ ਨਵਾਂ ਭਾਲਦੇ ਹੁੰਦੇ ਨੇ। ਜੇ ਤਾਂ ਉਹ ਲੋਕ ਸਿਆਣੇ ਨੇ, ਉਹਨਾਂ ਦੇ ਵਿਚਾਰ ਵੀ ਠੀਕ ਨੇ, ਜੇ ਤਾਂ ਉਹ ਵਿਚਾਰਾਂ ਤੇ ਰਹੇ, ਫੇਰ ਤਾਂ ਭਾਰਤੀ ਜਨਤਾ ਪਾਰਟੀ ਕਿ ਨਹੀਂ ਆਉਂਦੇ ਨਹੀਂ, ਫੇਰ ਤਾਂ ਜਾਣਗੇ ਹੋਰ ਪਾਸੇ। ਜੇ ਉਹ ਵਿਚਾਰ ਹੀ ਭੁੱਲ ਗਏ ਆਪਦੇ ਵੀ ਕਦੇ ਦੇਖਣਾ ਹੈਗਾ, ਫੇਰ ਕੋਈ ਗਲਤੀ ਕਰਨਗੇ, ਫਿਰ ਆਪਦੇ ਪੈਰ ਤੇ ਕਹਾੜਾ ਮਾਰਨਾ ਵੀ ਹੈ। ਨਾਮ ਮਿਲਵਰਤਨ ਜਿਹੜੀ ਲਹਿਰ ਦੀ ਤੁਸੀਂ ਗੱਲ ਕਰ ਰਹੇ ਹੋ ਸ਼ੁਰੂ ਕਰਨ ਦੀ, ਕੀ ਸੋਚਿਆ ਕਿ ਪੂਰੇ ਦੇਸ਼ ਦੇ ਵਿੱਚ? ਹਾਂ, ਪੂਰੇ ਦੇਸ਼ 'ਚ ਚੱਲੂ। ਮੈਂ ਕਿਵੇਂ ਚੱਲੂ? ਮੇਰਾ ਖਿਆਲ ਹੈ ਤੁਹਾਡੇ ਜੋ ਵੀ ਬਿੱਲ ਭਰਨ ਕਰਨੀ ਔਖੇ ਹੋਣਗੇ, ਵੀ ਘਰ ਦਾ ਬਿੱਲ ਨਹੀਂ ਭਰੀਂਦਾ, ਵੀ ਬਹਾਨਾ ਮਿਲਣਾ ਚਾਹੀਦਾ ਵੀ ਇਹ ਤਾਂ ਦੇਣਾ ਨਹੀਂ ਕੁਛ। ਹੁਣ ਸਾਡੇ ਕਿਸਾਨ ਕਰਜ਼ਾ ਐਵੇਂ ਮੁੱਕਰ ਗਏ ਸੀ ਉਦੋਂ, ਜੋ ਅਸੀਂ ਜੇਬ 'ਚ ਹੀ ਨਹੀਂ ਸੀ ਕੁਛ, ਵੀ ਯਾਰ ਮੈਨੂੰ ਤਾਂ ਜੂਨੀਅਰ ਵਾਲਾ ਕਹਿੰਦਾ ਭਰੋ ਨਾ, ਹੁਣ ਤੁਹਾਨੂੰ ਭਰਿਆ ਨਾ ਕਿ ਬਿੱਲ ਕਹੋਗੇ ਯਾਰ ਜੂਨੀਅਰ ਵਾਲੇ ਕਹਿੰਦੇ ਭਰੋ ਨਾ, ਫਿਰ ਉਹ ਆ ਕੇ ਲੜਦੇ ਨੇ ਜੇ ਬਿੱਲ ਭਰਦੇ, ਹੋਰ ਕੀ ਕਰੀਏ? ਜੇਬ 'ਚ ਪੈਸਾ ਹੀ ਨਹੀਂ ਲੋਕਾਂ ਦੇ ਭਰਨ ਨੂੰ, ਮਜਬੂਰੀ ਹੋਊਗੀ ਅੰਦੋਲਨ ਦੇ ਨਾਲ। ਹੁਣ ਇੱਕ ਦੁਕਾਨਦਾਰ ਨੂੰ ਕੋਈ ਵੱਡਾ ਟੈਕਸ ਆ ਗਿਆ, ਉਹ ਕਿੱਥੋਂ ਭਰ ਦੂਗਾ? ਡਾਕ ਜਾ ਕੇ ਦੁਕਾਨ ਚਲਾ ਅਸੀਂ ਬੈਠੇ ਤੇ ਆਹ ਕਿਤਾਬਾਂ ਚੱਕੀਆਂ ਤੀਆਂ, ਮੈਂ ਆਪਦੀ ਟੀਮ ਤੋਰੀ, ਬਾਕਦ ਸੀ ਮਾਨਸਾ ਦੇ ਜਾ ਕੇ ਉਹਨੂੰ ਦਫ਼ਤਰ ਘੇਰਿਆ। ਤੁਸੀਂ ਜੇ ਚੱਲ ਜੇ ਨਾ ਫਿਰ ਤਮਾਸ਼ੇ ਦੇਖੋ ਕੀ ਬਣਦਾ। ਯੋਗਰਾਜ ਸਿੰਘ ਲਗਾਤਾਰ ਹੁਣ ਬਿਆਨ ਇਹ ਦੇ ਰਹੇ ਨੇ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਆਪਣੀ ਪਾਰਟੀ ਬਣਾਉਣੀ ਚਾਹੀਦੀ ਹੈ, 117 ਸੀਟਾਂ ਦੇ ਉੱਤੇ ਉਮੀਦਵਾਰ ਉਤਾਰਨੇ ਚਾਹੀਦੇ ਨੇ। ਇਹ ਨਵਜੋਤ ਸਿੰਘ ਸਿੱਧੂ, ਭਗਵੰਤ ਮਾਨ ਆਉਣ ਦੇ ਨਾਲ ਕਿਸਾਨ ਲੀਡਰ ਜਿਹੜੇ ਹੈਗੇ ਨੇ, ਕਿਸਾਨਾਂ ਨੂੰ ਇਕੱਠੇ ਹੋਣ, 117 ਸੀਟਾਂ ਦੇ ਉੱਤੇ ਆਪਣੇ ਜਿਹੜੇ ਹੈਗੇ ਉਮੀਦਵਾਰ ਉਤਾਰਨ। ਤੁਸੀਂ ਕਿੰਨਾ ਇਸ ਦੇ ਨਾਲ ਇਤਫਾਕ ਰੱਖਦੇ ਹੋ? ਉਹ ਮੈਂ ਕੱਲ ਹੀ ਬੋਲਦਾ ਸੁਣਿਆ, ਮੈਂ ਵੀ ਉੱਥੇ ਬੈਠੇ ਸਟੇਜ ਤੇ, ਕਹਿੰਦਾ 9 ਮਹੀਨੇ ਹੋ ਗਏ ਮੈਨੂੰ ਨੀਂਦ ਨਹੀਂ, ਮੈਂ ਫਿਰ ਸਾਨੂੰ 40 ਸਾਲ ਦੀ ਨਹੀਂ ਆਈ। ਦੇਖੋ, ਬੰਦਾ ਪੈਸਾ ਕਮਾ ਲਿਆ ਹੁੰਦਾ, ਉਹਨੇ ਮੇਰਾ ਖਿਆਲ ਹੈ ਵੀ 2-3 ਪੀੜ੍ਹੀਆਂ ਦਾ ਸੈੱਟ ਕਰਤਾ ਹੋਊਗਾ, ਫਿਲਮਾਂ 'ਚ ਪੈਸੇ ਜ਼ਿਆਦਾ ਬਣਦੇ ਨਾ। ਮੈਂ ਨਹੀਂ ਕਹਿੰਦਾ ਠੱਗੀ ਮਾਰੀ ਕਿਤੇ ਨਾ, ਉਹਨੂੰ ਫਿਰ ਇਹੀ ਜਿਹੀਆਂ ਗੱਲਾਂ ਛੱਡਣ ਤੀ ਹੈ, ਕੋਈ ਸਾਡੀ ਰਹਿ ਲਈ ਉਹਨੇ। ਇਹ ਗੱਲ ਜੇ ਰੱਖਣੀ ਵੀ ਆ, ਚਲ ਬਾਈ ਚਾਂਸ ਉਹ ਕਹਿੰਦੇ ਮੈਂ ਤੁਹਾਡੇ 4 ਲੀਡਰ ਨਾਲ ਗੱਲ ਕਰਨੀ ਹੈ, ਉਹ ਕਹਾਉਣਾ ਕੀ ਹੈ ਵੀ ਮੈਂ ਗੱਲ ਵਧੀਆ ਕਹਿਤੀ, ਇਹ ਲੀਡਰਾਂ ਨੂੰ ਤਾਂ ਖਾਣੀ ਅਕਲ ਹੀ ਨਹੀਂ ਹੈਗੀ। ਆਹੀ ਗੱਲ ਹੈ, ਅਸੀਂ ਕੋਈ ਉਹਦੀ ਗੱਲ ਨਾਲ ਸਹਿਮਤ ਨਹੀਂ, ਉਹ ਕੁਛ ਕਹੀ ਜਾਂਦਾ, ਠੀਕ ਹੈ ਨਾ। ਨਾ ਅਸੀਂ ਇਸ ਗੱਲ ਤੇ ਆਉਣਾ, ਜਿੰਨਾ ਚਿਰ ਤਿੰਨੇ ਕਾਨੂੰਨ ਨੇ, ਅਸੀਂ ਨਹੀਂ ਇਸ ਗੱਲ ਤੇ ਆਉਣਾ। ਇੱਕ ਤਾਂ ਜਿਹੜਾ ਪੇਜ ਬਣਿਆ ਹੋਇਆ ਆਫੀਸ਼ੀਅਲ ਪੇਜ ਹੈਗਾ, ਜਿਸ ਦੇ ਉੱਤੇ ਤੁਹਾਡੇ ਸਾਰਿਆਂ ਦੇ ਬਿਆਨ ਆਉਂਦੇ ਨੇ, ਉਹ ਵੀ ਉਹੀ ਯੋਗਰਾਜ ਸਿੰਘ ਦੀ ਸਪੀਚ ਕਰਕੇ ਪਾ ਰਹੇ ਹੈਗਾ, ਯਾਨੀ ਕਿ ਉਹ ਵੀ ਫਿਰ ਉਹਦੇ ਨਾਲ ਤੁਸੀਂ ਸਹਿਮਤ ਨਜ਼ਰ ਆ ਰਹੇ? ਖਰੇ ਇਹਦੇ 'ਚ ਅਸੀਂ ਥੋੜ੍ਹਾ ਤਜਰਬਾ ਘੱਟ ਸੀ ਸਾਨੂੰ, ਵੀ ਬੰਦੇ ਕੌਣ ਰੱਖਣੇ ਨੇ, ਕਿਵੇਂ ਰੱਖਣੇ। ਨਵਾਂ ਕੰਮ ਸੀਗਾ, ਨਵੇਂ ਕੰਮ ਦੇ ਵਿੱਚ ਕੰਮ ਚੱਲ ਜਾਂਦਾ, ਇਹਨੂੰ ਗਾਹਾਂ ਸੁਧਾਰਾਂ। ਮੈਂ ਸਮਝ ਗਿਆ ਤੁਹਾਡੀ, ਸਮਝ ਗਿਆ ਮੈਂ, ਮੈਨੂੰ ਪਤਾ ਸਾਰੀ ਗੱਲ ਦਾ। ਹਾਂਜੀ, ਨਹੀਂ ਉਹਨੂੰ ਕੋਈ ਸੁਧਾਰ ਤਾਂ ਹੋ ਹੀ ਜਾਂਦਾ। ਰੁੱਦੂ ਸਿੰਘ ਪ੍ਰਧਾਨ ਬਦਲਿਆ ਜਾ ਸਕਦਾ, ਕੀ ਫਰਕ ਪੈਂਦਾ? ਇਸ ਅੰਦੋਲਨ ਦੇ ਵਿੱਚੋਂ ਕਈ ਵੱਡੇ ਜਿਹੜੇ ਕਿਸਾਨ ਆਗੂਆਂ ਦੇ ਉੱਠੇ ਨੇ, ਤੇ ਖਾਸ ਤੌਰ ਤੇ ਨੌਜਵਾਨ ਜਿਹੜਾ ਵਰਗ ਹੈਗਾ, ਉਹਨਾਂ ਨੇ ਵੀ ਤੁਸੀਂ ਇੱਕ ਆਈਡਲ ਬਣ ਕੇ ਉੱਠੇ ਹੋ। ਗੁਰਾਂ ਸਾਹਿਬ ਨੇ ਉਹ ਚਾਹੁੰਦੇ ਨੇ ਕਿ ਜੇ ਪੰਜਾਬ ਦਾ ਸੀਐਮ ਹੋਣਾ ਚਾਹੀਦਾ ਰੁੱਦੂ ਸਿੰਘ ਮਾਨ ਸਾਹਿਬ ਵਰਗਾ, ਗੁਰਾਂ ਵਰਗਾ। ਉਹ ਮਹਾਰਾਜ, ਮੈਂ ਤਾਂ ਚੌਕੀਦਾਰ ਵੀ ਲੱਗਣ ਨੂੰ ਥਾ ਨਹੀਂ ਕਿਹਾ ਗਏ, ਦੇਖੋ ਕਾਹ ਨੂੰ ਨਵੇਂ ਪੰਗੇ 'ਚ ਪਾਉਂਦੇ ਹੋ। ਰੁੱਦੂ ਸਿੰਘ ਨੂੰ ਕਾਸੇ ਦੀ ਝਾਕ ਨਹੀਂ। ਹਾਂ, ਹਾਂਜੀ, ਸਰਕਾਰ ਨੇ ਕਿਹਾ ਸੀ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰਾਂਗੇ ਪੰਜਾਬ ਸਰਕਾਰ ਨੇ, ਪਰ ਹੁਣ ਜਦੋਂ ਸਵਾਲ ਪੁੱਛਦੇ ਆ ਉਹ ਕਹਿੰਦੇ ਨੇ ਕਿ ਬਾਬਾ ਨਾਨਕ ਸਾਹਿਬ ਕੋਈ ਠੀਕ ਨਹੀਂ ਕਰ ਪਾਇਆ, ਅਸੀਂ ਕਿੱਦਾਂ 4 ਸਾਲ ਪੰਜਾਬ ਸਰਕਾਰ, ਮੈਂ ਤੁਹਾਨੂੰ ਇੱਕੋ ਹੀ ਕਹਿੰਦਾ, ਆਪਣੇ ਪਿੰਡਾਂ 'ਚ ਕੀ ਕਹਾਵਤ ਹੈ, ਜਿਹੜਾ ਜ਼ਬਾਨ ਕਰਕੇ ਮੁੱਕਰੇ, ਬਸ ਮੈਂ ਗਾਲੀ ਗੱਲ ਨਹੀਂ ਕਹਿਣੀ ਬਸ। ਠੀਕ ਹੈ ਜੀ।